मॉर्निंग स्टूडेंट्स, मैं आशिम मित्तल ब्रेन मेकर कोचिंग क्लासेस ਦੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਆਪਾਂ ਟੌਪਿਕ ਕਰ ਰਹੇ ਹਾਂ ਮੀਨਿੰਗ ਆਫ ਸਾਈਕੋਲੋਜੀ। ਦੇਖੋ ਜਿਹੜੇ ਸਟੂਡੈਂਟਸ ਕੋਈ ਪੀਟੈਟ ਦੀ ਤਿਆਰੀ ਕਰ ਰਹੇ ਹੈ, ਸੀਟੈਟ ਦੀ ਤਿਆਰੀ ਕਰ ਰਹੇ ਹੈ, ਐਨਟੀਟੀ, ਕੇਵੀਐਸ, ਐਨਵੀਐਸ, ਡੀਐਸਐਸ ਬੋਰਡ, ਉਹਨਾਂ ਸਾਰਿਆਂ ਟੌਪਿਕਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਟੌਪਿਕ ਸਾਡਾ ਕਿਹੜਾ ਹੈ? ਮੀਨਿੰਗ ਆਫ ਸਾਈਕੋਲੋਜੀ। ਇਹਦੇ ਵਿੱਚੋਂ ਮੈਕਸਿਮਮ ਕੁਐਸਚਨਸ ਆਉਂਦੇ ਆ ਤੇ ਇਹ ਸ਼ੁਰੂਆਤ ਹੈ ਸਾਈਕੋਲੋਜੀ ਨੂੰ ਕਰਨ ਦੀ ਕਿ ਜੇ ਆਪਾਂ ਸਾਈਕੋਲੋਜੀ ਨੂੰ ਸਿਸਟਮੈਟਿਕ ਵਿੱਚ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਈਕੋਲੋਜੀ ਬਾਰੇ, ਇਹਦੇ ਬੈਕਗ੍ਰਾਉਂਡਸ ਬਾਰੇ ਸਾਰਾ ਪਤਾ ਹੋਣਾ ਚਾਹੀਦਾ ਹੈ। ਅੱਜ ਵਾਲੇ ਲੈਕਚਰਸ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਮੀਨਿੰਗ ਆਫ ਸਾਈਕੋਲੋਜੀ, ਬ੍ਰਾਂਚਿਸ ਤੇ ਸਕੂਲਸ ਆਫ ਸਾਈਕੋਲੋਜੀ, ਜਿਹੜੀ ਸਕੂਲਸ ਸਾਈਕੋਲੋਜੀ ਦੇ ਵਿੱਚੋਂ ਨਿਕਲੇ ਆ, ਉਹਨਾਂ ਟੌਪਿਕਸ ਨੂੰ ਪ੍ਰੋਪਰਲੀ ਕਵਰ ਕੀਤਾ ਜਾ ਸਕੇ। ਤਾਂ ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਸਾਈਕੋਲੋਜੀ ਦੇ ਥੋੜਾ ਜਿਹਾ ਬੈਕਗ੍ਰਾਉਂਡ ਬਾਰੇ ਸਮਝਦੇ ਹਾਂ। देखो सब तो पहला साडे मन दे विच एक क्वेश्चन अराइज होंदा है कि जदों साइकोलॉजी नहीं सी, जदों साइकोलॉजी एज अ सब्जेक्ट नहीं आया सीगा, उस समय किहड़ा सब्जेक्ट पढ़ाया जाता सीगा? तां इहदा बैकग्राउंड की है? फिलॉसफी। तां साइकोलॉजी की मनाया जाता है कि साइकोलॉजी जिहड़ा हैगा ओह किहदा पार्ट सी? फिलॉसफी दा पार्ट सी। मतलब जदों साइकोलॉजी नहीं आया सी, ਜਦੋਂ ਸਾਈਕੋਲੋਜੀ ਐਜ਼ ਅ ਸਬਜੈਕਟ ਅਸੀਂ ਨਹੀਂ ਪੜ੍ਹਨਾ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਅਸੀਂ ਕਿਹਦੀ ਸਟੱਡੀ ਕਰਦੇ ਸੀਗੇ? ਅਸੀਂ ਗੱਲ ਕਰਦੇ ਸੀਗੇ ਫਿਲਾਸਫੀ ਬਾਰੇ। ਕਲੀਅਰ? ਪਰ ਹੌਲੀ ਹੌਲੀ ਕੀ ਹੋਈਆਂ, ਹੌਲੀ ਹੌਲੀ ਜਿਵੇਂ ਜਿਵੇਂ ਟਾਈਮ ਚੱਲਦਾ ਗਿਆ, ਜਿਵੇਂ ਜਿਵੇਂ ਟਾਈਮ ਟੱਪਦਾ ਰਿਹਾ, ਉਵੇਂ ਉਵੇਂ ਕੀ ਹੋਈਆਂ? ਰਿਸਰਚਿਸ ਹੋਈਆਂ। देखो साइकोलॉजी ਵਿੱਚ ਨਾ ਤੁਹਾਨੂੰ ਹਰ ਇੱਕ ਚੀਜ਼ ਇਸ ਐਮਆਰ ਤੱਕ ਦਾ ਮਤਲਬ ਹੋਣਾ ਚਾਹੀਦਾ ਹੈ ਕਿ ਕਿਉਂ ਆਇਆ, ਕਿਵੇਂ ਆਇਆ, ਹਰ ਇੱਕ ਚੀਜ਼, ਹਰ ਇੱਕ ਵਰਡ ਦਾ ਤੁਹਾਨੂੰ ਮਤਲਬ ਕਲੀਅਰ ਹੋਣਾ ਚਾਹੀਦਾ ਹੈ। क्योंकि साइकोलॉजी ਦੇ ਵਿੱਚ ਵਿਦਆਊਟ ਕੋਈ ਐਨੀ ਲੌਜਿਕ ਕੋਈ ਚੀਜ਼ ਆਪਾਂ ਵਰਡ ਯੂਜ਼ ਨਹੀਂ ਕਰਦੇ। ਤਾਂ ਹੁਣ ਜੇ ਮੈਂ ਰਿਸਰਚ ਵਰਡ ਯੂਜ਼ ਕਰ ਰਿਹਾ ਤਾਂ ਤੁਹਾਨੂੰ ਰਿਸਰਚ ਦਾ ਮਤਲਬ, ਰਿਸਰਚ ਕਿਉਂ ਯੂਜ਼ ਕਰ ਰਿਹਾ, ਇਹ ਵੀ ਨਾਲ ਪਤਾ ਹੋਣਾ ਚਾਹੀਦਾ ਹੈ। ਜੇ ਇਸ ਤਰੀਕੇ ਨਾਲ ਤਿਆਰੀ ਕਰੋਗੇ, ਭਾਵੇਂ ਪੀਟੈਟ ਹੈ, ਸੀਟੈਟ ਹੈ, ਕੇਵੀਐਸ, ਐਨਵੀਐਸ, ਐਨਟੀਟੀ, ਸੁਪਰਵਾਈਜ਼ਰ ਦੀ ਤੁਹਾਡੀ ਕੋਈ ਵੈਕੈਂਸੀ ਹੈ ਤਾਂ ਉਹ ਐਗਜ਼ਾਮ ਤੁਹਾਡੇ ਮਿੰਟੋ ਮਿੰਟ ਸਹੀ ਤਰੀਕੇ ਨਾਲ ਜਿਹੜਾ ਹੈਗਾ ਤੁਸੀਂ ਉਹਦੇ ਵਿੱਚ ਸਾਈਕੋਲੋਜੀ ਵਿੱਚੋਂ ਚੰਗੇ ਨੰਬਰ ਲੈ ਸਕੋਗੇ। ਦੇਖੋ ਹੁਣ ਆਪਾਂ ਗੱਲ ਕੀਤੀ ਹੈ, ਵਰਡ ਯੂਜ਼ ਕੀਤਾ ਹੈ ਰਿਸਰਚ। ਤਾਂ ਰਿਸਰਚ ਦੋ ਸ਼ਬਦਾਂ ਤੋਂ ਬਣੇ। ਦੇਖੋ ਰੀ ਪਲਸ ਸਰਚ। ਰੀ ਦਾ ਮਤਲਬ ਕੀ ਹੈ? ਦੁਬਾਰਾ। ਸਰਚ ਦਾ ਮਤਲਬ ਕੀ ਹੈ? ਸਮਥਿੰਗ ਫਾਈਂਡ ਨਿਊ। मतलब ਅਸੀਂ ਉਸ ਚੀਜ਼ ਦੇ ਉੱਪਰ ਰਿਸਰਚ ਕਰ ਰਹੇ ਹਾਂ, ਉਸ ਚੀਜ਼ ਨੂੰ ਫਾਈਂਡ ਆਊਟ ਕਰ ਰਹੇ ਹਾਂ ਜੋ ਆਲਰੇਡੀ ਪਹਿਲਾਂ ਹੋ ਚੁੱਕੀ ਹੈ, ਜਿਹਦੇ ਬਾਰੇ ਆਲਰੇਡੀ ਪਹਿਲਾਂ ਗੱਲ ਕੀਤੀ ਜਾ ਚੁੱਕੀ ਹੈ। ਜਦੋਂ ਉਹਨੂੰ ਅਸੀਂ ਕਰ ਰਹੇ ਹਾਂ ਦੁਬਾਰਾ ਚੇਂजेस ਦੇ ਲਈ, ਉਸ ਪ੍ਰੋਸੈਸ ਨੂੰ ਕੀ ਬੋਲਦੇ ਆ? ਉਸ ਪ੍ਰੋਸੈਸ ਨੂੰ ਕੀ ਬੋਲਦੇ ਆ? ਰਿਸਰਚ। ਠੀਕ ਹੈ? ਤਾਂ ਹੁਣ ਤੁਸੀਂ ਦੋ ਵਰਡ ਹੋਰ ਸੁਣੇ ਹੋਣਗੇ, डिस्कवरी, इन्वेंशन। दो वर्ड हो सुने होंगे, डिस्कवरी ते इन्वेंशन। पंजाबी करोगे खोज। ठीक है? तो फिर डिस्कवरी की है? तो बच्चे डिस्कवरी का मतलब देखो आप की कहने आ कि डिस्कवरी का मतलब की है उस चीज नू खोजना, उस चीज बारे आपां गल करनी, उस चीज नू खोजना जो ऑलरेडी पहला एग्जिस्ट करदी है पर किसी ने लभी नहीं। ठीक है ना? वो चीज ਜਿਹੜੀ ਆਲਰੇਡੀ ਪਹਿਲਾਂ ਹੈਗੀ ਹੈ, ਸੰਸਾਰ ਵਿੱਚ ਹੈਗੀ ਹੈ, ਮੈਂ ਬਣਾਈ ਨਹੀਂ। ਠੀਕ ਹੈ? ਮੈਂ ਜਸਟ ਉਹਨੂੰ ਲੱਭਤਾ। ਤਾਂ ਉਹਦੇ ਲਈ ਵਰਡ ਕੀ ਯੂਜ਼ ਕਰਦੇ ਆ? ਡਿਸਕਵਰ। ਜਿਵੇਂ ਕੋਲੰਬਸ ਡਿਸਕਵਰਡ ਅਮਰੀਕਾ, मतलब ਅਮਰੀਕਾ ਬਣਾਇਆ ਨਹੀਂ ਉਹਨੇ, ਅਮਰੀਕਾ ਤਾਂ ਸੀਗਾ, ਬਸ ਉਹਨੇ ਉਹਨੂੰ ਲੱਭ ਲਿਆ। ਠੀਕ ਹੈ? ਫਾਈਂਡ ਆਊਟ ਕਰ ਲਿਆ। ਤਾਂ ਉਹਦੇ ਲਈ ਵਰਡ ਯੂਜ਼ ਕੀ ਕਰਦੇ ਆ? ਡਿਸਕਵਰੀ। ਇੱਕ ਹੁੰਦਾ ਇਨਵੈਂਸ਼ਨ। ਇਨਵੈਂਸ਼ਨ ਨੂੰ ਪੰਜਾਬੀ ਵਿੱਚ ਇਹ ਵੀ ਖੋਜ ਹੀ ਆਪਣੀ। ठीक है? तो इन्वेंशन का मतलब देखो की है कि मतलब कोई चीज जो एज इट इज नहीं सी। ठीक है? मैं अपना दिमाग यूज किया, मैं अपनी टेक्नोलॉजी यूज किया ते ओनू इन्वेंट करता, ओनू बनाता। ठीक है? तो वो मेरी की बन गई इन्वेंशन। जिवें ग्रामबेल इन्वेंट फोन, कि ग्रामबेल ने फोन्स नू ये नहीं कि फोन दबिया पिया उन्हें लभता, ਉਹਨੇ ਟੈਕਨੋਲੋਜੀ ਦਾ ਯੂਜ਼ ਕੀਤਾ, ਮਾਈਂਡ ਦਾ ਯੂਜ਼ ਕੀਤਾ ਤੇ ਉਹਨੂੰ ਬਣਾਤਾ। ਉੱਥੇ ਵਰਡ ਕੀ ਯੂਜ਼ ਕੀਤਾ? ਇਨਵੈਂਸ਼ਨ। ਹੁਣ ਇੱਥੇ ਇੱਕ ਹੋਰ ਵਰਡ ਨਿਕਲਦਾ ਹੈ, ਇਨੋਵੇਸ਼ਨ। ਇੱਥੋਂ ਇੱਕ ਹੋਰ ਵਰਡ ਕੀ ਨਿਕਲਦਾ ਹੈ? ਇਨੋਵੇਸ਼ਨ। ਇਨੋਵੇਸ਼ਨ ਕੀ ਹੈ? ਕਿ ਜਿਹੜੀਆਂ ਇਨਵੈਂਸ਼ਨ ਹੋਈਆਂ ਜਦੋਂ ਉਹਦੇ ਵਿੱਚ ਕੀ ਆ ਗਈਆਂ? ਚੇਂजेस। ਜਦੋਂ ਆਪਾਂ ਉਹਦੇ ਵਿੱਚ ਕਿਹਦੀਆਂ ਗੱਲ ਕਰ ਰਹੇ ਹਾਂ? ਚੇਂजेस ਦੀ ਗੱਲ ਕਰ ਰਹੇ ਹਾਂ। मतलब ਪਹਿਲਾਂ ਫੋਨ ਸੀਗਾ, ਹੁਣ ਮੋਬਾਈਲਸ ਆ ਗਏ। ਪਹਿਲਾਂ ਲੈਂਡਲਾਈਨ ਫੋਨ ਸੀ, ਹੁਣ ਮੋਬਾਈਲਸ ਆ ਗਏ। ठीक है ना? तो ਜਿਹੜੀਆਂ ਚੇਂजेस ਹੋਈਆਂ, ਇਹ ਚੇਂਜ ਹੋਣ ਤੋਂ ਬਾਅਦ ਉਹਨੂੰ ਕੀ ਕਹਿੰਦੇ ਆ? ਇਹ ਇਨਵੈਂਸ਼ਨਸ ਹੋਈਆਂ। ਹੁਣ ਇਹ ਡਿਸਕਵਰੀ ਤੋਂ ਇਨਵੈਂਸ਼ਨ ਤੱਕ ਜਾਂ ਇਨਵੈਂਸ਼ਨ ਤੋਂ ਇਨੋਵੇਸ਼ਨ, ਸੌਰੀ, डिस्कवरी तो इनोवेशन तक या इन्वेंशन तो इनोवेशन तक
ਦੇ ਜਿਹੜਾ ਵਿਚਕਾਰਲਾ ਪ੍ਰੋਸੈਸ ਹੈ ਇਹਨੂੰ ਕੀ ਬੋਲਦੇ ਆ ਰਿਸਰਚ। ਇਹਨੂੰ ਕੀ ਬੋਲਦੇ ਆ ਰਿਸਰਚ। ਕਲੀਅਰ। ਤਾਂ ਜਿਵੇਂ ਜਿਵੇਂ ਰਿਸਰਚਸ ਹੋਈਆਂ, ਜਿਵੇਂ ਜਿਵੇਂ ਟਾਈਮ ਪੀਰੀਅਡ ਅਸੀਂ ਅੱਗੇ ਨਿਕਲਿਆ, ਤਾਂ ਉਹਨਾਂ ਨੇ ਦੇਖਿਆ ਕਿ ਸਾਈਕੋਲੋਜੀ ਅਲੱਗ ਸਬਜੈਕਟ ਹੈ, ਫਿਲਾਸਫੀ ਅਲੱਗ ਸਬਜੈਕਟ ਹੈ, ਜਿਹਦੇ ਕਰਕੇ ਸਾਈਕੋਲੋਜੀ ਨੂੰ ਫਿਲਾਸਫੀ ਤੋਂ ਅਲੱਗ ਕਰ ਦਿੱਤਾ ਗਿਆ। ਕੀ ਕਰ ਦਿੱਤਾ ਗਿਆ? ਸਾਈਕੋਲੋਜੀ ਨੂੰ ਫਿਲਾਸਫੀ ਤੋਂ ਅਲੱਗ ਕਰ ਦਿੱਤਾ ਗਿਆ। ਠੀਕ। ਹੁਣ ਤੁਸੀਂ ਕਹੋਗੇ ਕਿਹਨੇ ਕੀਤਾ? ਤਾਂ ਫਾਦਰ ਦਾ ਗੱਲ ਆਉਂਦਾ ਹੈ ਕਿ ਹੂ ਇਜ਼ ਦਾ ਫਾਦਰ ਆਫ ਸਾਈਕੋਲੋਜੀ। ਤਾਂ ਕੌਣ ਹੈ? ਵਿਲੀਅਮ ਵੁੰਡ। ਤਾਂ ਵਿਲੀਅਮ ਵੁੰਡ ਨੂੰ ਫਾਦਰ ਆਫ ਸਾਈਕੋਲੋਜੀ ਕਿਹਾ ਜਾਂਦਾ ਹੈ। ਮੈਂ ਤੁਹਾਨੂੰ ਅੱਗੇ ਸਮਝਾਉਂਗਾ ਕਿ ਇਹਨਾਂ ਨੂੰ ਫਾਦਰ ਕਿਉਂ ਕਿਹਾ ਜਾਂਦਾ ਹੈ। ਠੀਕ ਹੈ, ਕਿਉਂ ਆਪਾਂ ਬੇਸਿਕਲੀ ਇਹਨਾਂ ਨੂੰ ਫਾਦਰ ਬੋਲਦੇ ਹਾਂ, ਜਦਕਿ ਕਨਸੈਪਟ ਤਾਂ ਆਪਾਂ ਪਿੱਛੋਂ ਚੱਕਦੇ ਆ ਰਹੇ ਹਾਂ। ਸਭ ਤੋਂ ਪਹਿਲਾਂ ਜੇ ਮੈਂ ਵੈਸੇ ਗੱਲ ਕਰਾਂ ਕਿ ਸਭ ਤੋਂ ਪਹਿਲਾਂ ਸਾਈਕੋਲੋਜੀ ਜੇ ਮੈਂ ਵਰਡ ਦੀ ਗੱਲ ਕਰਾਂ ਤਾਂ ਸਾਈਕੋਲੋਜੀ ਵਰਡ ਤਾਂ ਜਿਹੜਾ 1590 ਵਿੱਚ ਯੂਜ਼ ਹੋ ਗਿਆ ਸੀਗਾ। ਠੀਕ ਹੈ ਨਾ, ਸਭ ਤੋਂ ਪਹਿਲਾਂ ਸਾਈਕੋਲੋਜੀ ਵਰਡ ਪੇਪਰ 'ਚ ਕੁਐਸਚਨ ਵੀ ਆ ਸਕਦਾ ਹੈ। ਸਭ ਤੋਂ ਪਹਿਲਾਂ ਕਦੋਂ ਯੂਜ਼ ਹੋਇਆ? 1590 ਦੇ ਵਿੱਚ ਹੋਇਆ। ਕਿਹਨੇ ਕੀਤਾ? ਰੁਡੋਲਫ ਗੋਕਲ। ਠੀਕ ਹੈ ਨਾ, ਰੁਡੋਲਫ ਗੋਕਲ ਨੇ ਜਿਹੜਾ ਹੈਗਾ ਸਭ ਤੋਂ ਪਹਿਲੀ ਵਾਰ ਸਾਈਕੋਲੋਜੀ ਟਰਮ ਦਾ ਯੂਜ਼ ਕੀਤਾ 1590 ਦੇ ਵਿੱਚ। ਠੀਕ। ਇਹ ਕੌਣ ਸੀਗੇ? ਇਹ ਨਾ, ਔਰ ਇਹ ਜਿਹੜੇ ਕੌਣ ਸੀਗੇ? ਇਹ ਔਂਟੋਲੋਜਿਸਟ ਸੀਗੇ। ਜਿਹੜੇ ਰੁਡੋਲਫ ਗੋਕਲ ਸੀਗੇ ਇਹ ਕੌਣ ਸੀਗੇ? ਔਂਟੋਲੋਜਿਸਟ ਸੀਗੇ। ਕਲੀਅਰ। ਪਰ ਹੌਲੀ ਹੌਲੀ ਆਪਾਂ ਜਦੋਂ ਅੱਗੇ ਆਪਾਂ ਗੱਲ ਕਰਾਂਗੇ, ਅੱਗੇ ਆਪਾਂ ਟਾਈਮ ਪੀਰੀਅਡ ਦੀ ਗੱਲ ਕਰਾਂਗੇ, ਤਾਂ ਉਹਦੇ ਵਿੱਚ ਅਸੀਂ ਸਮਝ ਰਹੇ ਹਾਂ ਕਿ ਸਾਈਕੋਲੋਜੀ ਜਿਵੇਂ ਜਿਵੇਂ ਰਿਸਰਚਸ ਹੋਈਆਂ, ਸਾਈਕੋਲੋਜੀ ਨੇ ਇੱਕ ਬਹੁਤ ਵੱਡਾ ਰੂਪ ਲੈ ਲਿਆ। ਸਾਈਕੋਲੋਜੀ ਕੀ ਮੰਨਿਆ ਜਾਂਦਾ ਹੈ? ਸਾਈਕੋਲੋਜੀ ਜਿਹੜਾ ਹੈਗਾ ਨਾ, ਕੀ ਮੰਨਿਆ ਜਾਂਦਾ? ਸਾਈਕੋਲੋਜੀ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਸਾਈਕੀ ਪਲਸ ਲੌਗਸ। ਠੀਕ ਹੈ। ਹੁਣ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦਾ ਹੈ ਜਿਹੜਾ ਦੋ ਸ਼ਬਦ ਹੈ ਸਾਈਕੀ ਲੌਗਸ, ਇਹ ਕਿਹੜੀ ਭਾਸ਼ਾ ਦੇ ਹੈ? ਤਾਂ ਯਾਦ ਰੱਖਣਾ ਹੈ ਇਹ ਕਿਹੜੀ ਭਾਸ਼ਾ ਦੀ ਗੱਲ ਕਰ ਰਹੇ ਹਾਂ ਆਪਾਂ? ਗ੍ਰੀਕ ਭਾਸ਼ਾ ਦੀ। ਕਿਹਦੀ ਗੱਲ ਕਰ ਰਹੇ ਹਾਂ ਆਪਾਂ? ਗ੍ਰੀਕ ਭਾਸ਼ਾ। ਦੇਖੋ ਇਹ ਨਾਰਮਲੀ ਤੁਹਾਨੂੰ ਦਿਮਾਗ 'ਚ ਹੋਣਾ ਚਾਹੀਦਾ ਹੈ, ਇਹ ਤੁਹਾਨੂੰ ਕਨਸੈਪਟ ਸਮਝ ਆਉਣਾ ਚਾਹੀਦਾ ਹੈ ਕਿ ਜਦੋਂ ਵੀ ਕੁਐਸਚਨ ਤੁਹਾਨੂੰ ਕਿਸੇ ਵੀ ਚੀਜ਼ ਦੇ ਵਿੱਚ ਆ ਗਿਆ, ਮੰਨ ਲਓ ਤੁਹਾਨੂੰ ਆ ਗਿਆ ਇਹ ਪਰਸਨੈਲਿਟੀ ਵਰਡ ਕਿੱਥੋਂ ਲਿਆ ਗਿਆ, ਲਰਨਿੰਗ ਵਰਡ ਕਿੱਥੋਂ, ਕੁਝ ਵੀ ਐਗਜ਼ਾਮਪਲ ਦੇ ਰਹੇ ਹਾਂ। ਠੀਕ ਹੈ, ਤਾਂ ਮੈਕਸਿਮਮ ਅਸੀਂ ਆਨਸਰ ਦੋ ਭਾਸ਼ਾਵਾਂ ਦੀ ਗੱਲ ਕਰਦੇ ਹਾਂ, ਇੱਕ ਗ੍ਰੀਕ ਦੀ ਗੱਲ ਕਰਦੇ ਹਾਂ, ਇੱਕ ਆਪਾਂ ਲੈਟਿਨ ਭਾਸ਼ਾ, ਲਤੀਨੀ ਭਾਸ਼ਾ ਦੀ ਗੱਲ ਕਰਦੇ ਹਾਂ। ਜੇ ਮੈਂ ਤੁੱਕਾ ਮਾਰਨ ਦੀ ਗੱਲ ਕਰਾਂ ਜਾਂ ਇੰਟੈਲੀਜੈਂਟ ਗੈਸ ਦੀ ਗੱਲ ਕਰਾਂ, ਤਾਂ ਮੈਕਸਿਮਮ ਮਤਲਬ ਮੋਸਟਲੀ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀਆਂ ਕਿਹੜੀਆਂ ਭਾਸ਼ਾਵਾਂ ਤੋਂ ਲਈਆਂ ਗਈਆਂ? ਲੈਟਿਨ ਭਾਸ਼ਾ, ਲਤੀਨੀ ਭਾਸ਼ਾ ਤੋਂ ਲਈਆਂ ਗਈਆਂ। ਠੀਕ ਹੈ, ਬਹੁਤ ਘੱਟ ਗ੍ਰੀਕ ਤੋਂ, ਤੇ ਉਸ ਤੋਂ ਵੀ ਬਹੁਤ ਮਾਈਨਰ ਚੀਜ਼ਾਂ ਆਪਾਂ ਅਦਰ ਲੈਂਗੁਏਜ ਦੀ ਗੱਲ ਕਰਦੇ। ਕਲੀਅਰ। ਤਾਂ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਜਿਹੜਾ ਸਾਈਕੀ ਲੌਗਸ ਵਰਡ ਹੈ ਇਹ ਕਿਹੜੀ ਭਾਸ਼ਾ ਤੋਂ ਲਿਆ ਗਿਆ? ਗ੍ਰੀਕ ਭਾਸ਼ਾ ਤੋਂ ਲਿਆ ਗਿਆ। ਕਲੀਅਰ। ਸੈਕਿੰਡ ਗੱਲ, ਸਾਈਕੋਲੋਜੀ ਦੇ ਵਿੱਚ ਨਾ ਯਾਦ ਰੱਖਣਾ ਹੈ, ਸਾਈਕੋਲੋਜੀ ਕਦੇ ਵੀ ਆਪਾਂ ਐਗਜ਼ੈਕਟ ਨਹੀਂ ਗੱਲ ਕਰਦੇ। ਕਦੇ ਵੀ ਇਹਨੂੰ ਮੈਂ ਐਗਜ਼ੈਕਟਲੀ ਨਹੀਂ ਕਹਿ ਸਕਦਾ ਕਿ ਜੀ ਹਮੇਸ਼ਾ ਹੀ ਇਹ ਆਏਗਾ। ਅਸੀਂ ਨਾ ਆਪਣੇ YouTube ਚੈਨਲ, ਦੇਖੋ ਸਾਡਾ ਜਿਹੜਾ YouTube ਚੈਨਲ ਹੈ ਬ੍ਰੇਨ ਮੇਕਰ ਕੋਚਿੰਗ ਕਲਾਸਿਸ, ਉਹਦੇ ਉੱਪਰ ਤੁਹਾਨੂੰ ਵੀਡੀਓ ਲੈਕਚਰਸ ਤੇ MCQ ਸੀਰੀਜ਼ ਇਹ ਦੋਨੋਂ ਪ੍ਰੋਵਾਈਡ ਕੀਤੇ ਜਾ ਰਹੇ ਹਨ। ਕਲੀਅਰ। ਤਾਂ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰੋ। ਸਾਡੇ ਜਿਹੜੇ ਲੈਕਚਰ, ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਸਾਡਾ ਲੈਕਚਰ ਵੈਲਿਊਏਬਲ ਹੈ, ਤਾਂ ਪਲੀਜ਼ ਇਸ ਲੈਕਚਰ ਨੂੰ ਲਾਈਕ ਕਰ ਦਿਆ ਕਰੋ, ਸਾਨੂੰ ਮੋਟੀਵੇਸ਼ਨ ਮਿਲਦੀ ਉਹਨਾਂ। ਠੀਕ ਹੈ, ਜੇ ਕੁਝ ਪ੍ਰੋਬਲਮ ਲੱਗ ਰਹੀ ਹੈ ਤਾਂ ਕਮੈਂਟ ਕਰ ਦਿਆ ਕਰੋ ਕਿ ਸਰ ਆ ਪ੍ਰੋਬਲਮ ਆ ਰਹੀ ਹੈ, ਤਾਂ ਕਿ ਅਸੀਂ ਉਹਨੂੰ ਅਗਲੇ ਲੈਕਚਰ ਦੇ ਵਿੱਚ ਜਿਹੜਾ ਹੈਗਾ ਉਹਨੂੰ ਠੀਕ ਕਰ ਸਕੀਏ। ਕਲੀਅਰ। ਤਾਂ ਸਾਈਕੋਲੋਜੀ ਦੇ ਵਿੱਚ ਆਪਾਂ ਕਦੇ ਵੀ ਐਗਜ਼ੈਕਟ ਲੈ ਕੇ ਨਹੀਂ ਚੱਲ ਸਕਦੇ। ਅਸੀਂ MCQ ਸੀਰੀਜ਼ ਜਿਹੜੀਆਂ ਲੈ ਕੇ ਆ ਰਹੇ ਹਾਂ, ਹੁਣ ਸੀਟੈਟ ਪੀਟੈਟ ਲੈ ਕੇ ਆ ਰਹੇ ਹਾਂ, NTD ਚੱਲ ਰਹੀ ਹੈ, ਤੁਸੀਂ ਉਹਨੂੰ ਵੀ ਦੇਖੋਗੇ ਕਿ ਕੁਐਸਚਨ ਸੇਮ ਹੈ। ਤੁਸੀਂ ਕਹੋਗੇ ਸਰ ਕੁਐਸਚਨ ਰਿਪੀਟ ਹੋ ਗਿਆ, ਪਰ ਬੱਚੇ ਰਿਪੀਟ ਨਹੀਂ ਹੋਇਆ, ਆਪਸ਼ਨਾਂ ਬਦਲ ਗਈਆਂ। ਠੀਕ ਹੈ, ਆਪਸ਼ਨਾਂ ਬਦਲਣ ਨਾਲ ਉਸੇ ਕੁਐਸਚਨ ਦਾ ਆਨਸਰ ਕੁਝ ਹੋਰ ਬਣ ਜਾਏਗਾ। ਮੈਂ ਟੌਪਿਕ ਕਰਵਾ ਰਿਹਾ ਤੁਹਾਨੂੰ, ਇਹਦੇ ਵਿੱਚ ਵੀ ਨਾਲ ਸਮਝਾਊਂਗਾ ਕਿ ਕਿਸ ਤਰੀਕੇ ਨਾਲ ਕੁਐਸਚਨ ਉਹੀ ਆ ਰਿਹਾ ਹੈ। ਠੀਕ ਹੈ, ਪਰ ਗੱਲਾਂ ਬਦਲ ਗਈਆਂ। ਤਾਂ ਸਭ ਤੋਂ ਪਹਿਲਾਂ ਪੇਪਰ ਦੇ ਵਿੱਚ ਅਸੀਂ ਲੱਭਾਂਗੇ ਜੇ ਵਰਡ ਆਇਆ ਸਾਈਕੋਲੋਜੀ ਕਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਤਾਂ ਕਿਹੜੇ ਬਣੇ ਹੈ? ਸਾਈਕੀ ਪਲਸ ਲੌਗਸ। ਠੀਕ ਹੈ, ਹੁਣ ਜੇ ਸਾਈਕੀ ਪਲਸ ਲੌਗਸ ਆਪਸ਼ਨ ਹੈ ਨਹੀਂ, ਤਾਂ ਆਪਾਂ ਕੀ ਦੇਖਾਂਗੇ? ਸਾਈਕੋ ਪਲਸ ਲੌਗਸ। ਫਿਰ ਆਪਾਂ ਕੀ ਦੇਖਾਂਗੇ? ਸਾਈਕੋ ਪਲਸ ਲੌਗਸ ਆਪਸ਼ਨ ਨੂੰ ਆਪਾਂ ਲੱਭ ਲਾਂਗੇ। ਕਲੀਅਰ। ਹੁਣ ਪੇਪਰ ਵਿੱਚ ਕੁਐਸਚਨ ਆਇਆ ਹੋਇਆ ਹੈ ਕਿ ਇਹ ਸਾਈਕੀ ਜਾਂ ਸਾਈਕੋ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਕੀ ਹੈ? ਤਾਂ ਇਹਦਾ ਮਤਲਬ ਕੀ ਹੈ? ਸੋਲ।
ਇਹਦਾ ਮਤਲਬ ਕੀ ਹੈ ਬੱਚੇ? ਸੋਲ, ਆਤਮਾ। ਤੇ ਲੌਗਸ ਦਾ ਮਤਲਬ ਕੀ ਹੈ? ਸਟੱਡੀ, मतलब अध्ययन की गल कर रहे हैं, स्टडी की गल कर रहे हैं। तो साइकोलॉजी का मतलब की बन गया? साइकोलॉजी इज अ स्टडी ऑफ सोल, आत्मा का ज्ञान ही मनोविज्ञान है। सब तो पहला की बोला गया? आत्मा का ज्ञान ही मनोविज्ञान है। इन्ना कंसेप्ट क्लियर हो गया। हुण तुसी पीएस टेट जेडे बच्चे पीटेट देख रहे हैं, देखो पीटेट दी जिन्हां तैयारी चल रही है, ठीक है, तो वो 2015 शायद 2015 या 16 चेक कर लियो, 2015 ਦੇ ਵਿੱਚ ਇੱਕ ਕੁਐਸਚਨ ਆਇਆ ਹੋਇਆ ਹੈ, व्हाट इज द मीनिंग ऑफ लॉगस इन साइकोलॉजी। पेपर क्वेश्चन क्या आया ਸੀਗਾ? व्हाट इज द मीनिंग ऑफ लॉगस इन साइकोलॉजी। साइकोलॉजी ਦੇ ਵਿੱਚ लॉगस ਤੋਂ ਕੀ ਮਤਲਬ ਹੈ, ठीक है। ਤਾਂ ਹੁਣ ਤੁਸੀਂ ਬੱਚੇ ਆਪਸ਼ਨ ਕੀ ਲੱਭ ਰਹੇ ਸੀ? ਸਟੱਡੀ, ਸਟੱਡੀ ਆਪਸ਼ਨ ਹੈ ਹੀ ਨਹੀਂ ਸੀ। क्लियर? तो ਇਹਦਾ मतलब ਇਹ ਨਹੀਂ ਹੋ ਗਿਆ ਕਿ ग्रेस मार्किंग मिलेगी जी, क्वेश्चन गलत है जी। ਤਾਂ ਉਹਨਾਂ ਨੇ ਆਪਸ਼ਨ ਕੀਤੀ ਸੀ टॉक, ऑप्शन की थी उसी टॉक। तो अपन को समझना पड़ेगा कि किसी चीज ना रिलेटेड आत्मा के बारे में गलबात हो रही है, अध्ययन हो रहा है, वो सारा की है साइकोलॉजी। मतलब मैं वारी वारी ये बोलदा हूं कि बच्चे साइकोलॉजी जिहड़ी हैगी है, ये साइकोलॉजी के जिन्ने भी क्वेश्चंस जिहड़े हैगे है, ये क्वेश्चन बेस्ड नहीं हुंदे, ये ऑप्शन बेस्ड है। मतलब मैनू क्वेश्चन देख के भावुक नहीं होना कि ये तो सर ने दस्या सीगा जी स्टडी, लॉगस का मतलब स्टडी है, ठीक है ना। मैनू ऑप्शन के हिसाब नाल अपने कंसैप्ट नू चेंज करना पड़ेगा, अपने कंसैप्ट नू देखना पड़ेगा कि बैटर ऑप्शन केड़ी है, इन्हां विचों मैं बैटर केड़ी लगा सकदा है, मेरा बैटर आंसर की बनेगा। तो आ सी अपना बेसिक कंसैप्ट साइकोलॉजी दा कि साइकोलॉजी दा मतलब की है, केड़े दो शब्दां तो आया है, केड़ी भाषा तो आया है, की मतलब है। नेक्स्ट ਨੈਕਸਟ ਆਪਾਂ ਗੱਲ ਕਰ ਰਹੇ ਹਾਂ। ਹੁਣ ਦੇਖੋ ਆਪਾਂ ਅਲੱਗ-ਅਲੱਗ ਟਾਈਮ ਪੀਰੀਅਡ ਦੀ ਜੇ ਮੈਂ ਗੱਲ ਕਰਾਂ, ਅਲੱਗ-ਅਲੱਗ ਟਾਈਮ ਪੀਰੀਅਡ ਦੇ ਵਿੱਚ ਸਾਈਕੋਲੋਜੀ ਨੂੰ ਅਲੱਗ-ਅਲੱਗ ਨਾਮ ਦੇ ਨਾਲ ਜਾਣਿਆ ਗਿਆ। ਸਾਈਕੋਲੋਜੀ ਨੂੰ ਅਲੱਗ-ਅਲੱਗ ਟਾਈਮ ਪੀਰੀਅਡ ਵਿੱਚ ਅਲੱਗ-ਅਲੱਗ ਨਾਮ ਨਾਲ ਜਾਣਿਆ ਗਿਆ। ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ, ठीक है। फर्स्ट स्टेज की गल करा तो साइकोलॉजी ने की बोला गया? स्टडी ऑफ सोल, आत्मा का ज्ञान। जिहड़ी गल किने की? प्लेटो, अरिस्टोटल, जेडे सीगे मोस्ट ग्रीक फिलोसफर सीगे जिन्हां ने साइकोलॉजी नूं की किया? आत्मा का ज्ञान ही मनोविज्ञान है। चलो ठीक है जी, चलता रहा कि आत्मा का ज्ञान है जी। साइकोलॉजी दे विच असीं कादी स्टडी करते हैं? आत्मा के बारे स्टडी करते हैं, ठीक है। पर हौली हौली रिसर्चिज हुई, वो कहते नहीं, कहते साइकोलॉजी का मतलब, साइकोलॉजी का संबंध जिहड़ा है आत्मा नाल किवें कह सकते हैं? कहते नहीं, ये नाम जिहड़ा है प्रॉपरली फिट नहीं हो सकता। तो 17th सेंचुरी की आपां जे मैं गल करां, ठीक है, तो 17th सेंचुरी दे विच आके इहनूं नाम की मिल गया? स्टडी ऑफ सेकंड स्टेज, स्टडी ऑफ माइंड। फिर इन्होंने की कहना शुरू करता? साइकोलॉजी इज द स्टडी ऑफ माइंड। और माइंड दे विच की गल कर रहे? दिमाग दी। तो साइकी आपां किहनूं कहने आ? आपां दिमाग वालों कहने कि दिमाग तो जिहड़ा हिलिया हो। दैट मीनस दोवें चीज़ां आपस दे विच काफी कोरिलेट कर गईयां, दोवें चीज़ां आपस दे विच काफी इंटरैक्ट कर गईयां। तो काफी लंबा समा, कितना? लगभग 1870 तक। 70s का मतलब होंदा एग्जैक्ट नहीं है कि नेड़े तेड़े, वो 65 भी हो सकता है, 75 भी हो सकता है, ठीक है, कि लगभग 1870s तक, ठीक है, साइकोलॉजी नूं की मन्निया गया? साइकोलॉजी इज द स्टडी ऑफ माइंड। की बोला गया? मन का ज्ञान ही मनोविज्ञान है, मन का अध्ययन ही मनोविज्ञान है। एक गल किने कही? पैथोलॉजी ने कही। एक गल किने कही? पैथोलॉजी ने कही। एक गल होर किहड़े साइकोलॉजिस्ट? कांट ने कही, जॉन लॉक ने कही, ठीक है ना, जॉन लॉक ने कही, ह्यूम ने कही। इन्हां सारे ने की क्या कि जी साइकोलॉजी की है? साइकोलॉजी विच असीं गल करते हैं माइंड दी, मैंटली एक्टिविटीज दी, मैंटली साइंस दी गल करते हैं। याद रखियो जिहड़ी साइकोलॉजी है, जिहड़ी आपां साइको दी गल करते हैं, ये आर्ट भी है, ये साइंस भी है, ठीक है ना। आर्ट है ही, साइंस क्यों कहेंगे? बिकॉज इट इज अ सिस्टमैटिक स्टडी। मतलब देखो
ਇਹ ਨਾ ਹਰ ਚੀਜ਼ ਸਾਈਕੋਲੋਜੀ, ਜਿਵੇਂ ਆਪਾਂ ਸਾਇੰਸ ਹਰ ਚੀਜ਼ ਦਾ ਪ੍ਰੂਫ ਮੰਗਦੀ ਹੈ, ਉਸੇ ਤਰ੍ਹਾਂ ਸਾਈਕੋਲੋਜੀ ਵਿੱਚ ਵੀ ਆਪਾਂ ਨੂੰ ਹਰ ਚੀਜ਼ ਦਾ ਪ੍ਰੂਫ ਮੰਗਿਆ ਜਾਂਦਾ ਹੈ। ਆਪਾਂ ਨੂੰ ਹਰ ਚੀਜ਼ ਦਾ ਪ੍ਰੂਫ ਮੰਗਿਆ ਜਾਂਦਾ ਹੈ ਕਿ ਜੀ ਕੀ ਹੈ, ਕਿਸ ਤਰੀਕੇ ਨਾਲ ਹੈਗਾ। ਠੀਕ ਹੈ, मतलब मैं कहता कि जी आ मार्कर है, आ कैप लग जाएगा, कहते नहीं इस तरह नहीं, लगा के दिखाओ। ਉਸੇ ਤਰ੍ਹਾਂ ਸਾਈਕੋਲੋਜੀ ਤੁਸੀਂ ਥਿਊਰੀਜ਼ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਅਸੀਂ ਹਰ ਜਗ੍ਹਾ ਤੇ ਪ੍ਰੂਫ ਦੀ ਗੱਲ ਕਰਾਂਗੇ, ਹਰ ਐਕਸਪੈਰੀਮੈਂਟ ਦੀ ਗੱਲ ਕਰਾਂਗੇ। ਦਿਖਾਓ ਜੀ, ਜੇ ਥੌਰਨਡਾਈਕ ਨੇ ਟ੍ਰਾਇਲ ਦੀ ਗੱਲ ਕੀਤੀ ਹੈ ਤਾਂ ਕਿਵੇਂ ਕੀਤੀ ਹੈ, ਪੈਵਲਵ ਨੇ ਕੰਡੀਸ਼ਨਿੰਗ ਗੱਲ ਕੀਤੀ ਹੈ ਤਾਂ ਕਿਵੇਂ ਕੀਤੀ ਹੈ, ਤੁਹਾਨੂੰ ਇਹ ਪਤਾ ਹੋਏਗਾ। ਨੈਕਸਟ ਆ ਦੋ ਪਰਸਨ ਜਿਹੜੇ ਕਾਂਟ ਤੇ ਲੌਕ, ਇਹਨਾਂ ਦੇ ਦੋ ਕਨਸੈਪਟ ਬਹੁਤ ਇੰਪੋਰਟੈਂਟ ਹੈ ਜਿਹੜੇ ਪੇਪਰ ਦੇ ਵਿੱਚ ਕੁਐਸਚਨ ਵੀ ਆਏ ਹੁੰਦੇ। ਪਹਿਲਾ ਕੁਐਸਚਨ ਤਾਂ ਇਹੀ ਆ ਸਕਦਾ ਹੈ ਕਿ ਹੇਟਰਿਕਾ ਵਿੱਚੋਂ ਕਿਹੜਾ ਮਨੋਵਿਗਿਆਨੀ ਹੈ ਜਿਸਨੇ ਮਾਈਂਡ ਦੀ ਸਟੱਡੀ ਆਫ ਮਾਈਂਡ ਦੀ ਗੱਲ ਕੀਤੀ। ਦੂਸਰਾ ਕੁਐਸਚਨ ਇਹ ਵੀ ਆ ਸਕਦਾ ਹੈ ਕਿ ਕਾਂਟ ਨੇ ਕੀ ਕਿਹਾ ਸੀਗਾ, ਬੱਚਾ ਕੋਰੀ ਸਲੇਟ ਹੈ। ਠੀਕ ਹੈ, ਸੌਰੀ ਕੋਰਾ ਕਾਗਜ਼ ਹੈ। ਕਾਂਟ ਨੇ ਕੱਕੇ ਤੇ ਕਾਗਜ਼, ਕੱਕੇ ਤੇ ਕਾਂ, ਇਹਨਾਂ ਨੇ ਕੀ ਕਿਹਾ ਸੀਗਾ, ਚਾਈਲਡ is like a blank paper। ठीक है, इन्होंने की किया सी, चाइल्ड इज लाइक अ ब्लैंक पेपर, बच्चा कोरा कागज है। जे क्वेश्चन आएगा कोरा कागज बच्चे नु किने क्या, कांत ने क्या। जे आएगा कोरी स्लेट, बच्चा कोरी स्लेट है। कोरी स्लेट नु इंग्लिश की बोलते हैं टाबुला रासा। ਇਹ ਦੇਖੋ, ਆਪਾਂ ਮੀਨਿੰਗ ਆਫ ਸਾਈਕੋਲੋਜੀ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਨੂੰ ਇੱਕ ਕਨਸੈਪਟ ਦੇ ਨਾਲ ਹੋਰ ਕਈ ਕਨਸੈਪਟ ਤੁਹਾਨੂੰ ਕਲੀਅਰ ਹੋ ਜਾਣਗੇ ਕਿ ਕਿਹੜੇ ਕਿਹੜੇ ਕਨਸੈਪਟ ਹੈ, ਉਹਨਾਂ ਨੇ ਕਿਵੇਂ ਕਿਵੇਂ ਗੱਲ ਕੀਤੀ ਹੈ। ਹੁਣ ਦੇਖੋ, ਜੇ ਆਏਗਾ ਇੰਗਲਿਸ਼ ਦੇ ਵਿੱਚ ਲਿਖਿਆ ਹੋਏਗਾ ਟਾਬੂਲਾ ਰਾਸਾ, ਠੀਕ ਹੈ, ਜਿਹਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ, ਕੋਰੀ ਕੀ बोलते हैं, कोरी स्लेट। जो कोरी स्लेट आएगा तो जॉन लॉक ने क्या है, जो कोरा कागज आएगा तो किने क्या है, कां, कक्के ते कागज, कक्के ते कां। ठीक है, लॉक ने गल की है कोरी स्लेट दी, कंफ्यूज नहीं होना, ये दोनों ने कादी गल की है साइकोलॉजी विच, स्टडी ऑफ माइंड दी। चलो चलता रहा कंसेप्ट कि जी साइकोलॉजी दे विच आपां गल करते हैं स्टडी ऑफ माइंड दी, इहदे विच मन दा अध्ययन करते हैं। हौली हौली कहंदे कि मन दे विच तां आपां देखो ਆਪਾਂ ਸਾਰੀਆਂ, ਮਤਲਬ ਇਹਦਾ ਮਤਲਬ ਕੀ ਹੋਇਆ ਕਿ ਸਾਈਕੋਲੋਜੀ ਦੇ ਨਾਲ ਆਪਾਂ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਆਪਾਂ ਉਹਨੂੰ ਪਛਾਣ ਰਹੇ ਹਾਂ। ਠੀਕ ਹੈ, ਤਾਂ ਉਹ ਤਾਂ ਗਲਤ ਹੈ। ਕਹਿੰਦੇ ਹੋ ਸਕਦਾ ਮੈਂ ਡਰਾਮਾ ਕਰ ਰਿਹਾ ਹਾਂ, ਕਹਿੰਦੇ ਹਰੇਕ ਸੰਸਾਰ ਹੀ ਡਰਾਮਾ ਕਰ ਰਿਹਾ ਹੈ। ਠੀਕ ਹੈ ਨਾ, ਹਰੇਕ ਬੰਦਾ ਆਪਣੇ ਆਪਣੀ ਪਰਸਨੈਲਿਟੀ ਨੂੰ ਘਰੇ ਛੱਡ ਰਿਹਾ, ਤਾਂ ਆਪਾਂ ਮਾਈਂਡ ਨੂੰ ਕਿਵੇਂ ਸਮਝਦੇ ਹਾਂ। ਤਾਂ ਕਹਿੰਦੇ ਨਹੀਂ, ਸਾਈਕੋਲੋਜੀ ਨੂੰ ਰਿਸਰਚਰਸ ਕਹਿੰਦੇ ਕਿ ਆਪਾਂ ਸਟੱਡੀ ਆਫ ਮਾਈਂਡ ਨਹੀਂ ਕਹਿ ਸਕਦੇ। ਫਿਰ ਨਾਮ ਥਰਡ ਸਟੇਜ ਦੇ ਵਿੱਚ ਇਹਨੂੰ ਕੀ ਕਰਨ ਲੱਗੇ, ਸਟੱਡੀ ਆਫ ਕੌਨਸ਼ੀਅਸਨੈਸ। ਥਰਡ ਸਟੇਜ ਦੇ ਵਿੱਚ ਇਹਨੂੰ ਨਾਮ ਕੀ ਮਿਲ ਗਿਆ ਕਿ ਸਾਈਕੋਲੋਜੀ ਇਜ਼ ਅ ਸਟੱਡੀ ਆਫ ਕੌਨਸ਼ੀਅਸਨੈਸ। ਕੌਨਸ਼ੀਅਸ ਦਾ ਮਤਲਬ ਕੀ ਸੀਗਾ, ਚੇਤਨਾ। कॉन्शियसनेस का मतलब की सीगा, चेतना। मतलब देखो कॉन्शियसनेस का मतलब की सीगा, मतलब इन्होंने की कहने की कोशिश की कि साइकोलॉजी विच असीं ये अध्ययन करते हैं कि जो पर्सन जो दिखाना चाहता है, जो पर्सन जो बनना चाहता है, जो सानू दिखाना चाहता है, असीं सिर्फ उसे चीज की स्टडी करते हैं। असीं बच्चे नूं उसे तरीके नाल परसीव करते हैं, उसे तरीके नाल बच्चे नूं समझते हैं जिस तरीके नाल बच्चा सानू दिखाना चाहता है। तां ये गल कीती कॉन्शियसनेस दी। हुण ये गल किहने कीती, विलियम वुंट आ गए इहदे विच। ठीक है, इहदे विच होर कौन आ गया, विलियम जेम्स आ गए। होर इहदे विच कौन है, सिगमंड फ्रॉयड आ गए। टिचनर, जेड़े की टिचनर कौन सीगे, जेड़े की स्टूडेंट सीगे वुंट दे। ठीक है, वुंट ने इस चीज के ऊपर कंसेप्ट ऊपर किया। हुण इहदे विच एक गल होर इंपॉर्टेंट की हुई कि वुंट ने 1879 ये पेपर में क्वेश्चन आया हुआ है, विलियम वुंट ने की किया, दुनिया दी वर्ल्ड फर्स्ट साइकोलॉजिकल लैब। ठीक है, दुनिया दी पहली मनोवैज्ञानिक लैब विलियम वुंट ने एस्टैब्लिश करती, किथे, लिप्जिंग विच। ठीक है, लिप्जिंग यूनिवर्सिटी दे विच इन्हां ने एस्टैब्लिश करती, कदों, 1879 दे विच। लिप्जिंग किथे है, ये जर्मनी दे विच है। किथे है ये कित्थों दा हैगा, जर्मनी।
ਜਰਮਨੀ ਦਾ ਇੱਕ ਪ੍ਰਸਿੱਧ ਸ਼ਹਿਰ ਵੀ ਹੈ ਲਿਪਜ਼ਿੰਗ। ਉਸ ਸ਼ਹਿਰ ਦੇ ਵਿੱਚ ਯੂਨੀਵਰਸਿਟੀ ਵੀ ਹੈ ਲਿਪਜ਼ਿੰਗ ਯੂਨੀਵਰਸਿਟੀ, ਜਿੱਥੇ ਇਹਨਾਂ ਨੇ ਦੁਨੀਆ ਦੀ ਪਹਿਲੀ ਮਨੋਵਿਗਿਆਨਿਕ ਲੈਬ ਜਿਹੜੀ ਹੈ ਐਸਟੈਬਲਿਸ਼ ਕਰਤੀ। ਹੁਣ ਇੱਕ ਚੀਜ਼ ਹੋਰ ਇੰਪੋਰਟੈਂਟ ਦੇਖੋ, ਲਿਪਜ਼ਿੰਗ ਦਾ ਹੁਣ ਨਾਮ ਬਦਲ ਕੇ, ਲਿਪਜ਼ਿੰਗ ਦਾ ਹੁਣ ਨਾਮ ਬਦਲ ਕੇ ਕੀ ਕਰ ਦਿੱਤਾ ਗਿਆ ਹੈ, ਕਾਰਲ ਮਾਰਕਸ ਯੂਨੀਵਰਸਿਟੀ। ਇਹ ਸਿੱਧਾ ਸਿੱਧਾ ਤੁਹਾਡੇ ਸਾਰੇ ਕੁਐਸਚਨਸ ਹੈ, ਠੀਕ ਹੈ ਨਾ, ਨਾਲ ਨਾਲ ਤੁਹਾਡੇ ਸਿੱਧਾ ਸਿੱਧਾ ਕੁਐਸਚਨ ਹੋ ਰਿਹਾ। ਹੁਣ ਦੇਖੋ ਤੁਹਾਡਾ ਕੁਐਸਚਨ ਕੀ ਬਣਦਾ ਹੈ, ਵਿਲੀਅਮ ਵੁੰਟ ਨੇ ਕਾਦੀ ਗੱਲ ਕੀਤੀ, ਸੌਰੀ ਵਿਲੀਅਮ ਵੁੰਟ ਨੇ ਜਿਹੜਾ ਹੈਗਾ ਦੁਨੀਆ ਦੀ ਪਹਿਲੀ ਸਾਈਕੋਲੋਜੀਕਲ ਲੈਬ ਦੀ ਗੱਲ ਕੀਤੀ, ਜਾਂ ਕੁਐਸਚਨ ਆ ਸਕਦਾ ਦੁਨੀਆ ਦੇ ਪਹਿਲੇ ਸਾਈਕੋਲੋਜੀਕਲ ਲੈਬ ਦੀ ਐਸਟੈਬਲਿਸ਼ਮੈਂਟ ਕਿਹਨੇ ਕੀਤੀ, ਵਿਲੀਅਮ ਵੁੰਟ ਨੇ ਕੀਤੀ। ਕਦੋਂ ਕੀਤੀ, 1879 ਦੇ ਵਿੱਚ ਕੀਤੀ। ਕਿੱਥੇ ਕੀਤੀ, ਜਰਮਨੀ ਵਿੱਚ ਕੀਤੀ। ਜਰਮਨੀ ਚ ਕਿੱਥੇ, ਲਿਪਜ਼ਿੰਗ ਚ ਕੀਤੀ। ਲਿਪਜ਼ਿੰਗ ਕੀ ਹੈ, ਸਿਟੀ ਵੀ ਹੈ ਯੂਨੀਵਰਸਿਟੀ ਵੀ ਹੈ। ਇਹ ਵੀ ਪੇਪਰ ਚ ਕੁਐਸਚਨ ਆਇਆ ਪੀਐਸ ਟੈਟ ਦੇ ਵਿੱਚ ਹੀ। ਪੀਐਸ ਟੈਟ ਦੇ ਵਿੱਚ ਇੱਕ ਕੁਐਸਚਨ ਆਇਆ ਹੋਇਆ ਹੈ ਕਿ ਲਿਪਜ਼ਿੰਗ ਦਾ ਸੰਬੰਧ ਮਨੋਵਿਗਿਆਨ ਦੇ ਵਿੱਚ ਜਿਹੜਾ ਹੈਗਾ ਜਾਂ ਜਿਹੜੀ ਸਾਈਕੋਲੋਜੀਕਲ ਲੈਬ ਦਾ ਲੈਬ ਦੇ ਵਿੱਚ ਲਿਪਜ਼ਿੰਗ ਦਾ ਸੰਬੰਧ ਹੇਠ ਲਿਖਿਆ ਵਿੱਚੋਂ ਕਿਸ ਨਾਲ ਹੈ। ਤਾਂ ਉਹਦੇ ਵਿੱਚ ਬੱਚੇ ਨਾ ਸਿਟੀ ਲੱਭ ਰਹੇ ਸੀ ਕਿ ਜੀ ਸਿਟੀ ਆਪਸ਼ਨ ਆਏਗੀ, ਪਰ ਸਿਟੀ ਆਪਸ਼ਨ ਨਹੀਂ ਸੀ। ਤਾਂ ਯਾਦ ਰੱਖਿਓ ਬੱਚੇ, ਲਿਪਜ਼ਿੰਗ ਜਿਹੜੀ ਹੈਗੀ ਹੈ ਉਹ ਸਿਟੀ ਵੀ ਹੈ ਤੇ ਉਹ ਯੂਨੀਵਰਸਿਟੀ ਵੀ ਹੈ। ਦੇਖੋ ਇਸ ਤੋਂ ਬਾਅਦ, ਇਸ ਐਸਟੈਬਲਿਸ਼ਮੈਂਟ ਤੋਂ ਬਾਅਦ ਪ੍ਰੋਪਰਲੀ ਜਿਹੜਾ ਹੈਗਾ ਸਾਈਕੋਲੋਜੀ ਤੋਂ ਫਿਲਾਸਫੀ ਅਲੱਗ ਕਰ ਦਿੱਤੀ ਗਈ, ਠੀਕ ਹੈ। ਜਿਸ ਕਰਕੇ ਹੀ ਆਪਾਂ ਬੋਲਦੇ ਹਾਂ ਫਾਦਰ ਆਫ ਸਾਈਕੋਲੋਜੀ। ਇਹਨਾਂ ਨੂੰ ਕੀ ਬੋਲਣ ਲੱਗੇ, ਫਾਦਰ ਆਫ ਸਾਈਕੋਲੋਜੀ। ਦੇਖੋ ਮੈਂ ਤੁਹਾਨੂੰ ਅੱਗੇ ਨਾ ਕਨਸੈਪਟ ਹੋ ਕਰਾਉਂਗਾ, ਤੁਹਾਨੂੰ ਮੈਂ ਵਰਡ ਯੂਜ਼ ਕੀਤਾ ਸੀ ਨਾ ਸਕੂਲਸ ਆਫ ਸਾਈਕੋਲੋਜੀ, ਮੈਂ ਤੁਹਾਨੂੰ ਵਰਡ ਯੂਜ਼ ਕੀਤਾ ਸੀਗਾ ਕਿ ਅੱਜ ਆਪਾਂ ਗੱਲ ਕਰਾਂਗੇ ਸਕੂਲਸ ਆਫ ਸਾਈਕੋਲੋਜੀ ਦੀ ਗੱਲ ਕਰਾਂਗੇ, ਠੀਕ ਹੈ। ਤਾਂ ਸਕੂਲਸ ਆਫ ਸਾਈਕੋਲੋਜੀ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਮਨੋਵਿਗਿਆਨ ਦਾ ਸਭ ਤੋਂ ਪਹਿਲਾ ਸਕੂਲ ਸੀਗਾ ਸਕੂਲ ਸਟਰਕਚਰਲਿਜ਼ਮ, ਠੀਕ ਹੈ, ਸਕੂਲ ਆਫ ਸਟਰਕਚਰਲਿਜ਼ਮ। ਉਹਦੇ ਵਿੱਚ ਵੀ ਆਪਾਂ ਗੱਲ ਕਰਾਂਗੇ ਕਿ ਸਟਰਕਚਰਲਿਜ਼ਮ ਦਾ ਫਾਦਰ ਵੀ ਕੌਣ ਹੈ, ਵਿਲੀਅਮ ਵੁੰਟ ਹੈ। ਯਾਦ ਰੱਖਿਓ ਕੌਣ ਹੈ, ਵਿਲੀਅਮ ਵੁੰਟ ਹੈ। ਮੈਂ ਤੁਹਾਨੂੰ ਅੱਗੇ ਸਮਝਾਉਂਗਾ ਸਾਰਾ ਕਨਸੈਪਟ, ਠੀਕ ਹੈ। ਪਹਿਲਾਂ ਇਹਦਾ ਆ ਬੇਸਿਕ ਕਨਸੈਪਟ ਸਮਝ ਚਲੋ। ਪਹਿਲੀ ਲੈਬ ਬਣਾਤੀ, ਇਹਨੂੰ ਫਾਦਰ ਕਹਿਣਾ ਸ਼ੁਰੂ ਕਰਤਾ। ਇਹੀ ਉਹ ਪਰਸਨ ਸੀ ਜਿਨ੍ਹਾਂ ਨੇ ਪ੍ਰੋਪਰਲੀ ਜਿਹੜਾ ਹੈਗਾ ਸਾਈਕੋਲੋਜੀ ਨੂੰ ਫਿਲਾਸਫੀ ਤੋਂ ਅਲੱਗ ਕਰਵਾਇਆ। ਤੀਸਰਾ ਇਹਦਾ ਕੁਐਸਚਨ ਇਹ ਬਣਦਾ ਹੈ ਕਿ ਵਿਲੀਅਮ ਵੁੰਟ ਨੇ ਮਨੋਵਿਗਿਆਨ ਨੂੰ ਕੀ ਕਿਹਾ, ਤਾਂ ਕੀ ਕਿਹਾ, ਸਟੱਡੀ ਆਫ ਕੌਨਸ਼ੀਅਸਨੈਸ। ਕਲੀਅਰ। ਨੈਕਸਟ ਦੇਖੋ, ਹੁਣ ਆਪਾਂ ਥੋੜਾ ਬਾਕੀਆਂ ਬਾਰੇ ਵੀ ਗੱਲ ਕਰ ਲਾਂਗੇ। ਹੁਣ ਜਦੋਂ ਆਪਾਂ ਡਿਟੇਲ ਕਰ ਰਹੇ ਹਾਂ ਤਾਂ ਆਪਾਂ ਬਾਕੀਆਂ ਬਾਰੇ ਵੀ ਥੋੜੀ ਗੱਲ ਕਰਦੇ ਹਾਂ। ਤਾਂ ਵਿਲੀਅਮ ਜੇਮਸ ਕੌਣ ਹੈ, ਤਾਂ ਵਿਲੀਅਮ ਜੇਮਸ ਦੇ ਲਈ ਇੱਕ ਵਰਡ ਆਉਂਦਾ ਹੁੰਦਾ ਹੈ ਫਾਦਰ ਆਫ ਸਾਈਕੋਲੋਜੀ ਇਨ ਯੂਐਸਏ। ਯਾਦ ਰੱਖਿਓ ਵਰਡ ਬੱਚੇ ਨਾ, ਕਾਲੀ ਦੇ ਵਿੱਚ ਆਪਸ਼ਨ 'ਚ ਵੁੰਟ ਵੀ ਆਊਗਾ। ਜੇ ਕੁਐਸਚਨ ਆਏਗਾ ਕਿ ਯੂਐਸਏ ਵਿੱਚ ਮਨੋਵਿਗਿਆਨ ਦਾ ਪਿਤਾਮਾ ਕੌਣ ਸੀਗਾ, ਤਾਂ ਕਿਹਨੂੰ ਮੰਨਿਆ ਜਾਂਦਾ ਹੈ, ਵਿਲੀਅਮ ਜੇਮਸ ਨੂੰ ਮੰਨਿਆ ਜਾਂਦਾ ਹੈ। ਇਹਨਾਂ ਦੀ ਇੱਕ ਹੋਰ ਇੰਪੋਰਟੈਂਟ ਗੱਲ ਹੈ, ਇਹਨਾਂ ਦੀ ਇੱਕ ਬੁੱਕ ਹੈ ਪ੍ਰਿੰਸੀਪਲਸ ਆਫ ਸਾਈਕੋਲੋਜੀ। ਇਹਨਾਂ ਦੀ ਇੱਕ ਬੁੱਕ ਹੈ ਪ੍ਰਿੰਸੀਪਲਸ ਆਫ ਸਾਈਕੋਲੋਜੀ, ਜਿਹੜੀ ਕਦੋਂ ਲਿਖੀ ਗਈ ਹੈ, 1890। ਜਿਹੜੀ ਕਦੋਂ ਲਿਖੀ ਇਹਨਾਂ ਨੇ, 1890। ਸਿੰਪਲ ਲਿਖਣਾ ਹੈ 1890 ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਕਿਹਦੀ ਗੱਲ ਕੀਤੀ ਹੈ, ਸਟੱਡੀ ਆਫ ਕੌਨਸ਼ੀਅਸਨੈਸ ਦੀ ਹੀ ਗੱਲ ਕੀਤੀ ਹੈ। ਜਿਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਸਾਈਕੋਲੋਜੀ ਇਜ਼ ਅ ਸਟੱਡੀ ਆਫ ਕੌਨਸ਼ੀਅਸਨੈਸ। ਹੁਣ ਜੇ ਤੁਸੀਂ ਰੀਡ ਦਾ ਐਗਜ਼ਾਮ ਦੇ ਰਹੇ ਹੋ, ਜੇ ਤੁਸੀਂ KVS ਦਾ ਐਗਜ਼ਾਮ ਦੇ ਰਹੇ ਹੋ ਜਾਂ PS ਟੈਟ ਦਾ ਐਗਜ਼ਾਮ ਦੇ ਰਹੇ ਹੋ, ਤਾਂ ਉਹਦੇ ਵਿੱਚ ਇਹ ਪੇਪਰ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਪੁੱਛਾਂਦੇ ਆ ਕਿ ਜੀ ਪ੍ਰਿੰਸੀਪਲਸ ਆਫ ਸਾਈਕੋਲੋਜੀ ਕਿਹਦੀ ਬੁੱਕ ਹੈ, ਠੀਕ ਹੈ, ਕਦੋਂ ਲਿਖੀ ਗਈ। ਤਾਂ ਬੱਚੇ ਨਾ ਕੰਫਿਊਜ਼ ਕਿਉਂ ਹੁੰਦੇ, 1890 ਕਿ 1918, ਸੌਰੀ 1980, ਇੱਧਰ ਕੰਫਿਊਜ਼ ਹੋ ਜਾਂਦੇ ਆ। ਤਾਂ ਕੰਫਿਊਜ਼ ਨਹੀਂ ਹੋਣਾ, ਕਦੋਂ ਲਿਖੀ ਗਈ ਹੈ, 1890 ਦੇ ਵਿੱਚ ਲਿਖੀ ਗਈ ਹੈ। ਕਲੀਅਰ। ਨੈਕਸਟ ਥਰਡ ਆਗੇ ਪਰਸਨ ਸਿਗਮੰਡ ਫਰॉयड, ਇਹਨਾਂ ਬਾਰੇ ਵੀ ਦੇਖ ਲਓ ਥੋੜਾ ਜਿਹਾ। ਸਿਗਮੰਡ ਫਰॉयड ਨੂੰ ਕੀ ਕਿਹਾ ਜਾਂਦਾ ਹੈ, ਫਾਦਰ ਆਫ ਸਾਈਕੋ ਐਨਾਲਿਸਿਸ ਜਾਂ ਐਨਾਲਿਟਿਕ ਥਿਊਰੀ, ਠੀਕ ਹੈ। ਇਹਨਾਂ ਨੂੰ ਕੀ ਬੋਲਿਆ ਜਾਂਦਾ ਹੈ, ਫਾਦਰ ਆਫ ਸਾਈਕੋ ਐਨਾਲਿਸਿਸ ਜਾਂ ਐਨਾਲਿਟਿਕ ਥਿਊਰੀ, ਠੀਕ ਹੈ। ਹੁਣ ਇਹਨਾਂ ਨੇ ਦੇਖੋ ਇਹ ਤੁਹਾਨੂੰ ਕਨਸੈਪਟ ਕਰਵਾਉਂਗਾ ਸਿਗਮੰਡ ਫਰॉयड ਦਾ, ਇਹਦੇ ਵਿੱਚ ਪਰਸਨੈਲਿਟੀ, ਸਿਗਮੰਡ ਫਰॉयड ਦਾ ਤੁਹਾਨੂੰ ਮੈਂ ਪ੍ਰੋਪਰ ਕਨਸੈਪਟ ਕਰਵਾਉਂਗਾ, ਜਿਹਦੇ ਵਿੱਚ ਪਰਸਨੈਲਿਟੀ ਦੇ ਵਿੱਚ ਕਰਵਾਉਂਗਾ, ਠੀਕ ਹੈ, ਕਿ ਇਹਨਾਂ ਨੇ ਬਿਯੋਂਡ ਹੋ ਕੇ ਗੱਲ ਕੀਤੀ, ਪਰਸਨੈਲਿਟੀ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ, ਉਹ ਸਾਰੇ ਬਾਰੇ ਗੱਲ ਕੀਤੀ। ਤੇ ਜਿਹੜਾ ਕਨਸੈਪਟ ਹੈ ਕੌਨਸ਼ੀਅਸਨੈਸ ਵਾਲਾ,
ठीक है, ये भी किने ਦਿੱਤਾ ਸਿਗਮੰਡ ਫਰਾਇਡ ਨੇ ਦਿੱਤਾ। ਇਹਨਾਂ ਨੇ ਇਹ ਵੀ ਗੱਲ ਕੀਤੀ ਹੈ, ਦੇਖੋ ਇਹਨਾਂ ਨੇ ਤਿੰਨ ਤਰ੍ਹਾਂ ਦੀ ਮਾਈਂਡ ਦੀ ਗੱਲ ਕੀਤੀ ਹੈ, ਕੌਨਸ਼ੀਅਸ, ਸਬਕੌਨਸ਼ੀਅਸ, ਅਨਕੌਨਸ਼ੀਅਸ। ਜਿਹਦੇ ਵਿੱਚ ਇਹ ਕੀ ਕਹਿੰਦੇ ਕਿ ਜਿਹੜਾ ਕੌਨਸ਼ੀਅਸ ਮਾਈਂਡ ਹੈ ਸਾਡਾ ਉਹ 1/10 ਹਿੱਸਾ ਹੈ, ਠੀਕ ਹੈ, 1/10 ਹਿੱਸਾ ਹੀ ਜਿਹੜਾ ਹੈਗਾ ਉਹ ਕੌਨਸ਼ੀਅਸ ਹੈ, ਬਾਕੀ ਸਾਰਾ ਸਬਕੌਨਸ਼ੀਅਸ ਜਾਂ ਅਨਕੌਨਸ਼ੀਅਸ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ। ਇਹ ਪੂਰਾ ਕਨਸੈਪਟ ਤੁਹਾਨੂੰ ਪਰਸਨੈਲਿਟੀ ਟੌਪਿਕ ਦੇ ਵਿੱਚ ਪ੍ਰੋਪਰਲੀ ਕਰਵਾਇਆ ਜਾਏਗਾ। ਟੀਚਨਰ ਕੌਣ ਸੀਗੇ? ਟੀਚਨਰ ਕੌਣ ਸੀਗੇ? ਵਿਲੀਅਮ ਵੁੰਟ ਦੇ ਸਟੂਡੈਂਟ ਸੀਗੇ। ਕੌਣ ਸੀਗੇ? ਵਿਲੀਅਮ ਵੁੰਟ ਦੇ ਸਟੂਡੈਂਟ ਸੀਗੇ। ਚਲੋ ਨੈਕਸਟ, ਚਲੋ ਠੀਕ ਹੈ ਜੀ, ਕਹਿੰਦੇ ਸਟੱਡੀ ਆਫ ਕੌਨਸ਼ੀਅਸਨੈਸ ਟਰਮ ਚੱਲਦੀ ਰਹੀ, ਪਰ ਹੌਲੀ ਹੌਲੀ ਕਹਿੰਦੇ ਕਿ ਜੇ ਆਪਾਂ ਸਾਈਕੋਲੋਜੀ ਨੂੰ ਸਟੱਡੀ ਆਫ ਕੌਨਸ਼ੀਅਸਨੈਸ ਕਹਿ ਰਹੇ ਹਾਂ, ਦੈਟ ਮੀਨਸ ਐਕਚੁਅਲ ਪਰਸਨੈਲਿਟੀ ਦਾ ਫਿਰ ਕੁਝ ਹੋ ਹੀ ਨਹੀਂ, ਠੀਕ ਹੈ। ਇਹ ਤਾਂ ਉਹੀ ਹੈ ਕਿ ਤੁਸੀਂ ਮੈਨੂੰ ਚੰਗਾ ਬਣ ਕੇ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਚੰਗੇ ਹੋ, ਤੁਸੀਂ ਮੈਨੂੰ ਮਾੜਾ ਬਣ ਕੇ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਮਾੜੇ ਹੋ। ਦੈਟ ਮੀਨਸ ਫਿਰ ਮੈਂ ਇਹ ਤਾਂ ਨਹੀਂ ਮੈਨੂੰ ਪਤਾ ਨਾ ਕਿ ਤੁਹਾਡੀ ਐਕਚੁਅਲ ਪਰਸਨੈਲਿਟੀ ਹੈ ਕੀ, ਤੁਹਾਡੀ ਐਕਚੁਅਲ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ। ਤਾਂ ਹੌਲੀ ਹੌਲੀ ਫੋਰਥ ਸਟੇਜ, ਫੋਰਥ ਸਟੇਜ ਦੇ ਵਿੱਚ ਜਿਹੜਾ ਹੈਗਾ, ਫੋਰਥ ਸਟੇਜ ਦੇ ਵਿੱਚ ਉਹਨਾਂ ਨੇ ਕੀ ਸ਼ੁਰੂ ਕਰਤਾ, ਕੀ ਨਾਮ ਦਿੱਤਾ? ਸਟੱਡੀ ਆਫ ਬਿਹੇਵੀਅਰ। ਕੀ ਨੇਮ ਦਿੱਤਾ ਇਹਦੇ ਵਿੱਚ? ਸਾਈਕੋਲੋਜੀ ਨੂੰ ਕੀ ਕਹਿਣਾ ਸ਼ੁਰੂ ਕਰਤਾ ਕਿ ਸਾਈਕੋਲੋਜੀ ਇਜ਼ ਦਾ ਸਟੱਡੀ ਆਫ ਬਿਹੇਵੀਅਰ, ਵਿਵਹਾਰ ਦਾ ਗਿਆਨ, ਵਿਵਹਾਰ ਦਾ ਅਧਿਐਨ ਹੀ ਮਨੋਵਿਗਿਆਨ। ਜੇ ਅੱਜ ਦੇ ਸਮੇਂ ਦੀ ਮੈਂ ਗੱਲ ਕਰਾਂ ਕਿ ਅੱਜ ਦੇ ਸਮੇਂ ਸਾਈਕੋਲੋਜੀ ਨੂੰ ਕੀ ਕਿਹਾ ਜਾਂਦਾ ਹੈ ਤਾਂ ਕੀ ਬੋਲਿਆ ਜਾਂਦਾ ਹੈ? ਸਟੱਡੀ ਆਫ ਬਿਹੇਵੀਅਰ ਹੀ ਬੋਲਦੇ ਆ। ਕੀ ਬੋਲਦੇ ਆ? ਸਾਈਕੋਲੋਜੀ ਇਜ਼ ਦਾ ਸਟੱਡੀ ਆਫ ਬਿਹੇਵੀਅਰ। ਹੁਣ ਇਹ ਗੱਲ ਕਿਹਨੇ ਬੋਲੀ? ਮੈਕਡੂਗਲ। ਸਭ ਤੋਂ ਪਹਿਲਾਂ ਕਿਹਨੇ ਬੋਲੀ? ਮੈਕਡੂਗਲ, ਵਾਟਸਨ, ਠੀਕ ਹੈ। ਇਹ ਦੋ ਸਭ ਤੋਂ ਇੰਪੋਰਟੈਂਟ ਪਰਸਨ ਹੈ, ਸਭ ਤੋਂ ਇੰਪੋਰਟੈਂਟ ਨੇਮ ਹੈ, ਜਾਂ ਆਪਾਂ ਬਾਅਦ ਚ ਜੈਕਸਨ ਦੀ ਵੀ ਗੱਲ ਕਰ ਸਕਦੇ ਹਾਂ, ठीक है, जिन्होंने की बोला कि साइकोलॉजी इज द स्टडी ऑफ बिहेवियर या साइंस ऑफ बिहेवियर, या साइंस ऑफ बिहेवियर। मतलब इन्होंने देखो कहने का मतलब की सीगा कि इन्होंने हुण की समझाया कि नहीं जी आप कॉन्शियसनेस की गल नहीं कर सकते, ठीक है। स्टडी ऑफ बिहेवियर का मतलब की है एक सिस्टमैटिक है कि ਜਦੋਂ ਹੁਣ ਤੁਸੀਂ ਮੇਰੇ ਨਾਲ ਇੰਟਰੈਕਟ ਕਰੋਗੇ ਮੈਂ ਤੁਹਾਡੇ ਨਾਲ ਇੰਟਰੈਕਟ ਕਰਾਂਗਾ, ਤੁਸੀਂ ਮੇਰੇ ਨਾਲ ਕਮਿਊਨੀਕੇਟ ਕਰੋਗੇ ਮੈਂ ਤੁਹਾਡੇ ਨਾਲ ਕਮਿਊਨੀਕੇਟ ਕਰਾਂਗਾ, ਹੌਲੀ ਹੌਲੀ ਤੁਸੀਂ ਮੈਨੂੰ ਸਮਝੋਗੇ ਮੈਂ ਤੁਹਾਨੂੰ ਸਮਝੂਗਾ, ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ, ਮੇਰਾ ਪੁਆਇੰਟ ਆਫ ਵਿਊ ਕੀ ਹੈ, ਠੀਕ ਹੈ। ਤਾਂ ਉਹਨੂੰ ਸਟੈਪ ਬਾय ਸਟੈਪ ਸਮਝਣਾ ਹੀ ਉਹ ਕੀ ਹੈ? ਮਨੋਵਿਗਿਆਨ ਹੈ। ਤਾਂ ਇਹਨਾਂ ਨੇ ਕੀ ਕਿਹਾ? ਸਟੱਡੀ ਆਫ ਬਿਹੇਵੀਅਰ ਦੀ ਗੱਲ ਕੀਤੀ। ਹੁਣ ਮੈਕਡੂਗਲ ਦੀ ਨਾ ਕੁਝ ਇੰਪੋਰਟੈਂਟ ਬੁੱਕਸ ਹੈ, ਜਿਹੜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ 1905 ਫਿਜ਼ੀਓਲੋਜੀਕਲ ਸਾਈਕੋਲੋਜੀ। ਸਭ ਤੋਂ ਪਹਿਲਾਂ ਇਹਨਾਂ ਨੇ ਗੱਲ ਕੀਤੀ 1905 ਦੇ ਵਿੱਚ ਕਿਹਦੀ ਗੱਲ ਕੀਤੀ ਹੈ? ਫਿਜ਼ੀਓਲੋਜੀਕਲ ਸਾਈਕੋਲੋਜੀ, ਠੀਕ ਹੈ। ਇਹਦੇ ਵਿੱਚ ਇਹਨਾਂ ਨੇ ਨਾ ਪੋਜ਼ਿਟਿਵ ਐਸਪੈਕਟਸ ਦੀ ਗੱਲ ਕੀਤੀ। ਪੋਜ਼ਿਟਿਵ ਐਸਪੈਕਟਸ ਨੂੰ ਜਿਹੜਾ ਹੈਗਾ ਇਹਨਾਂ ਨੇ ਪ੍ਰੋਪਰਲੀ ਸਕਾਰਾਤਮਕ ਸਾਇੰਸ ਦੀ ਇਹਨਾਂ ਨੇ ਬੜੀ ਗੱਲ ਕੀਤੀ, ਠੀਕ ਹੈ। 1908 ਇਹ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆ ਸਕਦਾ ਹੈ। 1908 इंट्रोडक्शन टू सोशल साइकोलॉजी। इन्होंने एक दूसरी बुक लिखी इंट्रोडक्शन टू सोशल साइकोलॉजी। बुक्स दे नेम देखो पेपर दे विच इस तरह दे नेम्स तानू तुसी पुराने पेपर उठा के देख लो, पेपर चक के देख लो, तानू एक या दो नाम मिल जाएंगे जेडे हर एक पेपर दे विच कोई ना कोई बुक का नाम, जिवें आपां हुण पहला गल कर चुके हैं कि जी प्रिंसिपल ऑफ साइकोलॉजी, हुण आपां गल कर चुके हैं फिजियोलॉजिकल साइकोलॉजी, हुण आपां की गल कर रहे हैं इंट्रोडक्शन टू सोशल साइकोलॉजी, जेडी कदों लिखी गई है 1908। किहदे द्वारा लिखी गई है? मैकडूगल द्वारा। मैकडूगल दा कंसेप्ट, मैकडूगल दा संबंध किहदे नाल है? मोटिवेशन नाल। जिवें जिवें अपना एक कोर्स अगे जाएगा मैं तुहानू मैकडूगल दी थ्योरी करवाऊंगा, इंस्टिंक्ट्स थ्योरी, जिहदे विच उन्होंने 14 इंस्टिंक्ट्स की गल की है। प्रॉपर कंसेप्ट समझाऊंगा कि इंस्टिंक्ट्स कंसेप्ट की है। क्लियर? दो बुक्स देख लो, पहला समझ लो कि 1905 ਦੇ ਵਿੱਚ ਫਿਜ਼ੀਓਲੋਜੀਕਲ ਸਾਈਕੋਲੋਜੀ ਦੀ ਗੱਲ ਕੀਤੀ ਹੈ ਤੇ 1908 ਦੇ ਵਿੱਚ ਉਹਨਾਂ ਨੇ ਇੰਟਰੋਡਕਸ਼ਨ ਟੂ ਸੋਸ਼ਲ ਸਾਈਕੋਲੋਜੀ ਦੀ ਉਹਨਾਂ ਨੇ ਗੱਲ ਕੀਤੀ। 1949 ਦੇਖੋ ਜੇ ਸਿਸਟਮੈਟਿਕ ਚੱਲਣਾ ਤਾਂ ਯਾਦ ਰੱਖਿਓ 1913 ਦੇ ਵਿੱਚ ਵਾਟਸਨ ਦਾ ਆਗਮਨ ਹੋ ਗਿਆ। ਪਰ ਮੈਂ ਪਹਿਲਾਂ ਤੁਹਾਨੂੰ ਮੈਕਡੂਗਲ ਕਰਵਾਦਾ, ਫਿਰ ਮੈਂ ਤੁਹਾਨੂੰ ਵਾਟਸਨ ਬਾਰੇ ਦੱਸਾਂਗਾ।
1949 ਦੇ ਵਿੱਚ ਇਹਨਾਂ ਨੇ ਇੱਕ ਹੋਰ ਬੁੱਕ ਲਿਖੀ ਐਨ ਆਊਟਲਾਈਨ ਇਨ ਸਾਈਕੋਲੋਜੀ। ਇਹਨਾਂ ਨੇ ਇੱਕ ਹੋਰ ਬੁੱਕ ਲਿਖਤੀ ਕਿਹੜੀ ਐਨ ਆਊਟਲਾਈਨਿੰਗ ਆਫ ਸਾਈਕੋਲੋਜੀ। ਕਲੀਅਰ? ਜਿਹਦੇ ਵਿੱਚ ਇਹਨਾਂ ਨੇ ਪ੍ਰੋਪਰਲੀ ਇਹਨਾਂ ਨੇ ਗੱਲ ਕੀਤੀ ਬਿਹੇਵੀਅਰ ਦੀ ਕਿ ਜਿਹੜਾ ਸਾਈਕੋਲੋਜੀ ਦੇ ਵਿੱਚ ਕੀ ਹੈ ਪ੍ਰੋਪਰ ਬਿਹੇਵੀਅਰ ਨੂੰ ਸਮਝਣਾ, ਚੇਂजेस ਲੈ ਕੇ ਆਣੇ, ਉਹ ਸਾਰਾ ਕਨਸੈਪਟ ਦੀ ਗੱਲ ਇਹਨਾਂ ਨੇ ਕਿਹਦੀ ਕੀਤੀ ਐਨ ਆਊਟਲਾਈਨਿੰਗ ਆਫ ਸਾਈਕੋਲੋਜੀ। क्लियर? ਤਾਂ ਇਹ ਸੀ ਮੈਕਡੂਗਲ ਜਿਨ੍ਹਾਂ ਨੇ ਇਨਸਟਿੰਕਟ ਥਿਊਰੀ ਵੀ ਦਿੱਤੀ, ਆਪਾਂ ਬਾਅਦ ਵਿੱਚ ਸਮਝਾਂਗੇ। ਕਲੀਅਰ ਹੋ ਗਿਆ ਕਨਸੈਪਟ? ਇਹਨਾਂ ਨੇ ਮੋਸਟਲੀ ਗੱਲ ਕੀਤੀ ਹੈ ਬਿਹੇਵੀਅਰ ਦੀ ਗੱਲ ਕੀਤੀ ਹੈ। ਜੇ ਕੁਐਸਚਨ ਆਏਗਾ ਕਿ ਕਿਹੜੀ ਬੁੱਕ ਦੇ ਵਿੱਚ ਇਹਨਾਂ ਨੇ ਬਿਹੇਵੀਅਰ ਨੂੰ ਐਡ ਕੀਤਾ, ਬਿਹੇਵੀਅਰ ਵਰਡ ਯੂਜ਼ ਕੀਤਾ, ਤਾਂ ਉਹ ਕਿਹੜੀ ਬੁੱਕ ਹੈ? ਇੰਟਰੋਡਕਸ਼ਨ ਟੂ ਸੋਸ਼ਲ ਸਾਈਕੋਲੋਜੀ। ਵੈਸੇ ਇੰਨਾ ਡੈਪਥਲੀ ਕੁਐਸਚਨ ਪੁੱਛਣ ਦੇ ਚਾਂਸਸ ਨਹੀਂ ਹੈਗੇ ਕਿ ਤੁਹਾਨੂੰ ਇਹ ਪੁੱਛਣਗੇ ਇਸ ਬੁੱਕ ਵਿੱਚ ਕੀ ਹੈ, ਇਸ ਬੁੱਕ ਵਿੱਚ ਕੀ ਹੈ। ਜ਼ਿਆਦਾ ਤੋਂ ਜ਼ਿਆਦਾ ਈਅਰ ਪੁੱਛ ਲੈਂਦੇ ਹੁੰਦੇ ਆ, ਜ਼ਿਆਦਾ ਨਾਮ ਪੁੱਛ ਲੈਂਦੇ ਆ ਕਿ ਇਹ ਬੁੱਕ ਜਿਹੜੀ ਹੈਗੀ ਹੈ ਕਿਹਦੇ ਦੁਆਰਾ ਲਿਖੀ ਗਈ ਹੈ। ਤਾਂ ਕਿਹਦੇ ਦੁਆਰਾ ਲਿਖੀ ਗਈ ਹੈ? ਮੈਕਡੂਗਲ ਦੁਆਰਾ ਲਿਖੀ ਗਈ ਹੈ, ਜਿਹਦਾ ਸੰਬੰਧ ਮੋਟੀਵੇਸ਼ਨ ਨਾਲ ਹੈ। ਆਪਾਂ ਮੋਟੀਵੇਸ਼ਨ ਦੇ ਵਿੱਚ ਉਹਨਾਂ ਦੀ ਇਨਸਟਿੰਕਟ ਥਿਊਰੀ ਕਰਾਂਗੇ। ਹੁਣ 1913 ਦੇਖੋ ਕਿਹਨਾਂ ਨੇ ਗੱਲ ਕੀਤੀ? ਵਾਟਸਨ। 1913 ਦੇ ਵਿੱਚ ਵਾਟਸਨ ਨੇ ਗੱਲ ਕਰਤੀ, ਜੇਬੀ ਵਾਟਸਨ ਨੇ ਗੱਲ ਕਰਤੀ ਕਿ ਸਾਈਕੋਲੋਜੀ ਇਜ਼ ਦ ਸਟੱਡੀ ਆਫ ਬਿਹੇਵੀਅਰ, ਜਿਹਦੇ ਵਿੱਚ ਉਹਨਾਂ ਨੇ ਹਿਊਮਨ ਐਂਡ ਐਨੀਮਲ ਦੋਨਾਂ ਨੂੰ ਜੋੜਤਾ। ਠੀਕ ਹੈ, ਦੋਵਾਂ ਨੂੰ ਜਿਹੜਾ ਹੈਗਾ ਇਹਨਾਂ ਨੇ ਸ਼ਾਮਿਲ ਕਰਤਾ। ਕਲੀਅਰ? ਹੁਣ ਵਾਟਸਨ ਕੌਣ ਹੈ? ਹੁਣ ਤੁਹਾਡੇ ਦਿਮਾਗ ਵਿੱਚ ਕਨਸੈਪਟ ਆਏਗਾ ਵਾਟਸਨ ਕੌਣ ਹੈ? ਤਾਂ ਯਾਦ ਰੱਖਿਓ ਇਹ ਕੌਣ ਹੈ? ਫਾਦਰ ਆਫ ਬਿਹੇਵੀਅਰਿਜ਼ਮ। ਫਾਦਰ ਆਫ ਬਿਹੇਵੀਅਰਿਜ਼ਮ, ਵਿਵਹਾਰਵਾਦ ਦੀ ਗੱਲ ਕੀਤੀ ਹੈ। ਇਹਦੀ ਮੈਂ ਤੁਹਾਨੂੰ ਥਿਊਰੀ ਵੀ ਕਰਵਾਉਂਗਾ ਲਰਨਿੰਗ ਦੇ ਵਿੱਚ, ਇਹਦੀ ਮੈਂ ਥਿਊਰੀ ਕਰਵਾਉਂਗਾ ਤੁਹਾਨੂੰ ਲਰਨਿੰਗ ਦੇ ਵਿੱਚ। ਕਿਹੜੀ ਹੈ? ਕਲਾਸੀਕਲ ਕੰਡੀਸ਼ਨਿੰਗ ਬਿਹੇਵੀਅਰਿਜ਼ਮ ਤੁਹਾਨੂੰ ਕਨਸੈਪਟ ਮੈਂ ਕਰਵਾਉਂਗਾ ਸਕੂਲਸ ਆਫ ਸਾਈਕੋਲੋਜੀ ਦੇ ਵਿੱਚ। ਕਿਹਦੇ ਵਿੱਚ ਕਰਵਾਉਂਗਾ? ਸਕੂਲਸ ਆਫ ਸਾਈਕੋਲੋਜੀ। ਆਪਾਂ ਪ੍ਰੋਪਰਲੀ ਸਮਝਾਂਗੇ ਕਿ ਬਿਹੇਵੀਅਰਿਜ਼ਮ ਦੇ ਪਿਤਾਮਾ ਵਾਟਸਨ ਹੈ, ਇਸ ਤੋਂ ਇਲਾਵਾ ਕਿਹੜੇ ਪਰਸਨ ਇਹਨਾਂ ਦੇ ਨਾਲ ਐਡ ਹੈ, ਇਹਨਾਂ ਨੇ ਕੀ ਗੱਲ ਕੀਤੀ ਹੈ, ਕਿਵੇਂ ਗੱਲ ਕੀਤੀ ਹੈ। ਕਲੀਅਰ? ਤਾਂ ਇਹਨਾਂ ਨੇ ਵੀ ਕੀ ਗੱਲ ਕਰਤੀ? ਇਹਨਾਂ ਨੇ ਵੀ ਕੀ ਕਿਹਾ ਕਿ ਜੀ ਸਾਈਕੋਲੋਜੀ ਇਜ਼ ਅ ਸਟੱਡੀ ਆਫ ਬਿਹੇਵੀਅਰ। ਨੈਕਸਟ 1976 ਦੇ ਕਰੀਬ, ਠੀਕ ਹੈ, ਤਾਂ ਜੈਕਸਨ ਨੇ ਕੀ ਕਿਹਾ ਕਿ ਜੀ ਸਾਈਕੋਲੋਜੀ ਇਜ਼ ਅ ਸਟੱਡੀ ਆਫ ਬਿਹੇਵੀਅਰ। ਠੀਕ ਹੈ, ਤਾਂ ਜੈਕਸਨ ਨੇ ਵੀ 76 ਦੇ ਕਰੀਬ ਦੇ ਵਿੱਚ 1976 ਦੇ ਵਿੱਚ ਕੀ ਕਿਹਾ ਕਿ ਸਾਈਕੋਲੋਜੀ ਇਜ਼ ਅ ਸਟੱਡੀ ਆਫ ਬਿਹੇਵੀਅਰ। ਜੈਕਸਨ ਨੂੰ ਆਪਾਂ ਇਸ ਤੋਂ ਇਲਾਵਾ ਹੋਰ ਕਿਵੇਂ ਜਾਣਦੇ ਹਾਂ? ਤਾਂ ਯਾਦ ਰੱਖਿਓ ਜੈਕਸਨ ਉਹ ਪਰਸਨ ਹੈ ਜਿਨ੍ਹਾਂ ਨੇ ਸਟੇजेस ਆਫ ਟੀਚਿੰਗ, ਇਹਨਾਂ ਦੀ ਮੈਂ ਤੁਹਾਨੂੰ ਸਟੇजेस ਆਫ ਟੀਚਿੰਗ ਜਾਂ ਫੇਜ਼ਿਸ ਆਫ, ਜਾਂ ਇਹਨੂੰ ਕੀ ਬੋਲਦੇ ਆ? ਫੇਜ਼ਿਸ ਆਫ ਟੀਚਿੰਗ। मतलब इन्होंने टीचिंग के प्रॉपर प्रोसेस ਨੂੰ ਵੀ ਸਮਝਾਇਆ। मतलब ਕਨਸੈਪਟ ਕਰਵਾਉਂਗਾ ਕਿ ਜੈਕਸਨ ਨੇ ਕਾਦੀ ਗੱਲ ਕੀਤੀ ਹੈ? ਸਟੇजेस ਆਫ ਟੀਚਿੰਗ ਦੀ ਜਾਂ ਫੇਜ਼ਸ ਆਫ ਟੀਚਿੰਗ। ਜਦੋਂ ਮੈਂ ਤੁਹਾਨੂੰ ਟੌਪਿਕ ਕਰਵਾਉਂਗਾ ਟੀਚਿੰਗ ਐਂਡ ਲਰਨਿੰਗ, ਉਹਦੇ ਵਿੱਚ ਆਪਾਂ ਇਸ ਜੈਕਸਨ ਦਾ ਜ਼ਿਕਰ ਕਰਾਂਗੇ। ਤਾਂ ਨਾਲ ਯਾਦ ਰੱਖਿਓ। ਦੇਖੋ ਇਹ ਫਸਟ ਟੌਪਿਕ ਇੱਕ ਆਪਣਾ ਇੰਟਰੋਡਕਸ਼ਨ ਹੈ, ਇਹ ਆਪਣੀ ਪ੍ਰੋਪਰ ਓਵਰਵਿਊ ਬਣਾਈ ਹੁੰਦਾ ਹੈ, ਤੁਹਾਨੂੰ ਪਰਸਨ ਦੇ ਨਾਲ ਸਮਝ ਆ ਰਿਹਾ ਹੈ ਕਿ ਇਹ ਪਰਸਨ ਨੇ ਕਾਦੀ ਗੱਲ ਕੀਤੀ ਹੈ ਤੇ ਇਹਦਾ ਸੰਬੰਧ ਕਿਹੜੀ ਥਿਊਰੀ ਕਿਹੜੀ ਚੀਜ਼ਾਂ ਦੇ ਨਾਲ ਹੈ। ਨੈਕਸਟ ਆਪਾਂ ਇੱਕ ਗੱਲ ਕਰਦੇ ਹਾਂ ਹੁਣ ਲਾਸਟ ਪਰਸਨ ਦੀ। ਅੱਜ ਦੇ ਸਮੇਂ ਦਾ ਆਪਾਂ ਚੱਲ ਹੀ ਰਿਹਾ ਬਿਹੇਵੀਅਰ ਦੀ। ਹੁਣ ਇੱਕ ਪਰਸਨ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਵੁਡਸਵਰਥ, ਬੜਾ ਇੰਪੋਰਟੈਂਟ ਹੈ। ਇਹਦੀ ਡੈਫੀਨੇਸ਼ਨਸ ਪੇਪਰ ਦੇ ਵਿੱਚ ਕਾਫੀ ਆਉਂਦੀਆਂ ਹਨ। ਠੀਕ ਹੈ, ਤਾਂ ਉਹ ਵੀ ਲਿਖ ਲਓ। 1948 ਦੇ ਵਿੱਚ ਇਹਨਾਂ ਨੇ ਇੱਕ ਡੈਫੀਨੇਸ਼ਨ ਦਿੱਤੀ ਸੀ ਜਿਹੜੀ ਪੇਪਰ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਇਹਨਾਂ ਨੇ ਦੇਖੋ ਕੀ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਸੋਲ ਗਵਾਈ, ਸਾਈਕੋਲੋਜੀ ਵਿੱਚ ਸੋਲ ਨੂੰ ਗਵਾਇਆ। ਠੀਕ ਹੈ, ਉਸ ਤੋਂ ਬਾਅਦ ਮਾਈਂਡ ਨੂੰ ਗਵਾਇਆ, ਉਸ ਤੋਂ ਬਾਅਦ ਕੌਨਸ਼ੀਅਸਨੈਸ ਨੂੰ ਗਵਾਇਆ, ਤੇ ਅੱਜ ਦੇ ਸਮੇਂ ਬਿਹੇਵੀਅਰ ਦੇ ਬਾਰੇ ਗੱਲ ਹੋ ਰਹੀ ਹੈ। ਇਹ ਲਿਖ ਲਓ। ਫਸਟਲੀ ਸਾਈਕੋਲੋਜੀ lost soul, then lost mind. Firstly psychology lost soul, then its mind, then its consciousness,
then its consciousness, it is still it still it still then it still has behavior of sort। ठीक है, ਇਹ ਡੈਫੀਨੇਸ਼ਨ ਤਾਂ ਬੱਚੇ ਲਿਖ ਲਿਓ। ਇਹ ਕਿਹਨੇ ਗੱਲ ਕੀਤੀ ਹੈ, ਇਹ ਡੈਫੀਨੇਸ਼ਨ ਦੀ ਵੁੱਡਵਰਥ ਨੇ ਕਦੋਂ ਕੀਤੀ ਹੈ 1948 ਦੇ ਵਿੱਚ। ਤਾਂ ਬੇਸਿਕਲੀ ਇਹ ਕਨਸੈਪਟ ਸੀਗਾ ਸਾਡਾ ਬੇਸਿਕ ਕਨਸੈਪਟ ਕਿ ਜੀ ਸਾਈਕੋਲੋਜੀ ਦਾ ਕੀ ਮੀਨਿੰਗ ਹੈ ਤੇ ਇਹਨੂੰ ਅਸੀਂ ਕਿਵੇਂ ਕਿਵੇਂ ਕਿਹੜੇ ਟਾਈਮ ਪੀਰੀਅਡ ਦੇ ਵਿੱਚ ਇਹਦਾ ਕੀ ਨਾਮ ਪਿਆ। 20th ਸੈਂਚੁਰੀ ਦੀ ਗੱਲ ਕਰ ਰਹੇ ਹਾਂ ਸਾਰਾ ਸਟੱਡੀ ਆਫ ਬਿਹੇਵੀਅਰ ਦੀ ਅਸੀਂ। ਕਲੀਅਰ। ਨੈਕਸਟ ਹੁਣ ਆਪਾਂ ਗੱਲ ਕਰ ਰਹੇ ਹਾਂ ਬ੍ਰਾਂਚਿਸ ਦੀ। ਨੈਕਸਟ ਹੁਣ ਅਸੀਂ ਕਾਹਦੀ ਗੱਲ ਕਰ ਰਹੇ ਹਾਂ, ਬ੍ਰਾਂਚਿਸ ਆਫ ਸਾਈਕੋਲੋਜੀ। कि मनोविज्ञान ਦੀਆਂ ਸ਼ਾਖਾਵਾਂ ਕਿੰਨੀਆਂ ਹੈ, ਤਾਂ ਕਿੰਨੀਆਂ ਵੀ ਤੁਹਾਡੇ ਬੁੱਕਸ 'ਚ ਲਿਖੀਆਂ ਯਾਦ ਰੱਖਿਓ। मनोविज्ञान ਦੀਆਂ ਆਪਾਂ ਦੋ ਸ਼ਾਖਾਵਾਂ ਦੀ ਗੱਲ ਕਰਦੇ ਹਾਂ। ਫਰਸਟ ਹੈ ਪਿਓਰ ਸਾਈਕੋਲੋਜੀ, सेकंड है अप्लाइड। सेकंड की गल करते हैं अप्लाइड साइकोलॉजी। पहला हम समझते हैं कि प्योर साइकोलॉजी की हुंदा है, अप्लाइड साइकोलॉजी की हुंदा है। तो प्योर साइकोलॉजी में देखो की कुछ आंदा है कि वो सारे रूल्स, वो सारे नॉर्म्स टर्म्स प्रिंसिपल्स ऑब्जेक्टिव्स गोल्स ਜਿਹੜੇ ਕਿਸੇ ਵੀ ਬੱਚੇ ਦੇ ਲਈ ਕਿਸੇ ਵੀ ਪਰਸਨ ਦੇ ਲਈ ਜਿਹੜੇ ਨੋਰਮਸ ਟਰਮਸ ਪ੍ਰਿੰਸੀਪਲ ਬਣਾਏ ਜਾਂਦੇ ਨਿਰਧਾਰਿਤ ਕੀਤੇ ਜਾਂਦੇ ਆ ਉਹ ਸਾਰੇ ਕਿਹਦੇ ਵਿੱਚ ਆਉਂਦੇ ਆ ਪਿਓਰ ਸਾਈਕੋਲੋਜੀ। ਕਿਹਦੇ ਵਿੱਚ ਆਉਂਦੇ ਆ ਉਹ ਪਿਓਰ ਸਾਈਕੋਲੋਜੀ। ਜਦੋਂ ਉਹਨਾਂ ਰੂਲਸ ਨੋਰਮਸ ਟਰਮਸ ਨੂੰ ਕੀ ਕਰ ਦਿੱਤਾ ਜਾਂਦਾ ਅਪਲਾਈ ਕਰ ਦਿੱਤਾ ਜਾਂਦਾ ਕੀ ਕਰ ਦਿੱਤਾ ਜਾਂਦਾ ਜਦੋਂ ਉਹਨਾਂ ਰੂਲਸ ਨੋਰਮਸ ਟਰਮਸ ਨੂੰ ਕਿਸੇ ਨਾ ਕਿਸੇ ਫੀਲਡ ਦੇ ਉੱਪਰ ਜਦੋਂ ਉਹਨਾਂ ਰੂਲਸ ਨੋਰਮਸ ਟਰਮਸ ਨੂੰ ਕਿਸੇ ਨਾ ਕਿਸੇ ਫੀਲਡ ਦੇ ਉੱਪਰ ਅਪਲਾਈ ਕਰ ਦਿੱਤਾ ਜਾਂਦਾ ਹੈ ਤਾਂ ਉਹ ਕੀ ਬਣ ਜਾਂਦੇ ਆ ਅਪਲਾਈਡ ਸਾਈਕੋਲੋਜੀ। ਕੀ ਬਣ ਜਾਂਦੇ ਆ ਅਪਲਾਈਡ ਸਾਈਕੋਲੋਜੀ। ਦੇਖੋ ਧਿਆਨ ਨਾਲ ਸਮਝੋ ਕਿ ਇੱਕ ਬੱਚਾ ਹੈ, ਮੈਂ ਸੋਚ ਰਿਹਾ ਇਹਨੂੰ ਆ ਪੜਾਵਾਂ ਇਹਨੂੰ ਆ ਕਰਾਵਾਂ ਫਿਊਚਰ ਲਈ ਇਹ ਕਰੇਗਾ ਇਹਦੇ ਲਈ ਆ ਬੈਸਟ ਰਹੇਗਾ ਇਸ ਤਰੀਕੇ ਨਾਲ ਕੰਮ ਵਧੀਆ ਕਰ ਸਕਦਾ ਹੈ ਇਹਦੇ ਲਈ ਇਹ ਹੋ ਸਕਦਾ ਹੈ ਇਹਨੂੰ ਆਪਾਂ ਇਹ ਕੰਮ ਕਰਵਾ ਸਕਦੇ ਹਾਂ। ਤਾਂ ਉਹ ਜਿਹੜੇ ਨਾਰਮਲ ਰੂਲਸ ਬਣਾ ਰਹੇ ਆ ਜਿਹੜੇ ਆਬਜੈਕਟਿਵ ਬਣਾ ਰਹੇ ਆ ਉਹ ਸਾਰੇ ਮੇਰੇ ਕਿੰਦੇ ਅੰਡਰ ਆਣਗੇ ਪਿਓਰ ਸਾਈਕੋਲੋਜੀ ਅੰਡਰ ਆਣਗੇ। ਜਦੋਂ ਉਹਨਾਂ ਆਬਜੈਕਟਿਵਸ ਨੂੰ ਮੈਂ ਕਿਸੇ ਫੀਲਡ ਤੇ ਯੂਜ਼ ਕਰ ਦੂੰਗਾ ਤਾਂ ਉਹ ਮੇਰੀ ਕੀ ਬਣ ਜਾਏਗੀ ਅਪਲਾਈਡ ਸਾਈਕੋਲੋਜੀ। ਕੀ ਬਣ ਜਾਏਗੀ ਅਪਲਾਈਡ ਸਾਈਕੋਲੋਜੀ। ਹੁਣ ਇਹਦੇ ਨਾਲ ਕੁਝ ਪੁਆਇੰਟਸ ਹੈਗੇ ਆ ਯਾਦ ਕਰ ਲਓ। ਵੈਸੇ ਤਾਂ ਮੈਂ ਡਿਫਰੈਂਸ਼ੀਏਟ ਕਰਨਾ ਵੈਸੇ ਸਿਖਾ ਦੂੰਗਾ ਕਿ ਤੁਹਾਨੂੰ ਮੰਨ ਲਓ ਕੁਐਸਚਨ ਆਇਆ ਕਿ ਜੀ ਕਿਹਦਾ ਸੰਬੰਧ ਅਪਲਾਈਡ ਨਾਲ ਹੈ ਕਿਹਦਾ ਸੰਬੰਧ ਪਿਓਰ ਨਾਲ ਹੈ ਕਿਵੇਂ ਕਰੋਗੇ। ਪਹਿਲਾਂ ਕੁਝ ਪੁਆਇੰਟਸ ਉਹ ਵੀ ਲਿਖ ਲਓ। ਠੀਕ ਹੈ। ਫਸਟ ਹੈਗਾ ਨਾਰਮਲ ਸਾਈਕੋਲੋਜੀ, second abnormal psychology, third child psychology, parapsychology, developmental psychology, और देख लो social psychology। ठीक है। तो एक कंसेप्ट ये सारे की है प्योर साइकोलॉजी पार्ट है। हुन जे आ जाएगा एजुकेशनल साइकोलॉजी, इनके विच क्या रहेगा एजुकेशनल साइकोलॉजी, क्लिनिकल, मैनेजमेंटल। क्लियर। तो ये सारे किदे आ जाएंगे पार्ट, ये आ जाएंगे सारे अप्लाइड साइकोलॉजी। बच्चे सिंपल तरीके से समझ लो कि जेकर तुहानू कोई फील्ड आई, ठीक है, पेपर दे विच कोई फील्ड आई वो अप्लाइड नाल संबंधित है। जेकर तुहानू कोई नॉर्मल आया तो वो किदे नाल संबंधित है प्योर नाल। हुण देखो नॉर्मल समझो प्योर साइकोलॉजी विच की आएगा, सॉरी नॉर्मल साइकोलॉजी जिहनू जर्नल साइकोलॉजी बोलते हैं उनदे विच की आएगा कि जी वो मनोविज्ञान एक नॉर्मल बच्चे लिए की करे की रूल्स बनाइए किहड़ा काम करवाइए किस तरीके नाल काम करवाइए वो किहदे विच आ जाएगा नॉर्मल साइकोलॉजी। अब नॉर्मल नू की पढ़ाइए फ्यूचर किस तरह का होएगा किवें बैटर कर सकदा है किवें चेंजेस लेके आ सकते हैं वो सारा किहदे विच आ जाएगा अब नॉर्मल दे विच आ जाएगा। चाइल्ड एक बच्चे नाल संबंधित आ जाएगा। पैरा ये बहुत इंपॉर्टेंट है, पैरा साइकोलॉजी जिन्हों एडवांस साइकोलॉजी भी बोलते हैं। ठीक है ना, जिन्हों आप एडवांस साइकोलॉजी भी बोलते हैं।
ਜਿਹਦਾ ਮਤਲਬ ਦੇਖੋ ਪੈਰਾ ਮਤਲਬ ਕੀ ਹੁੰਦਾ ਹੈ, ਕਿਸੇ ਕੰਮ ਦੇ ਹੋਣ ਤੋਂ ਪਹਿਲਾਂ ਪਤਾ ਲਗਾ ਲੈਣਾ ਕਿ ਕੰਮ ਹੋਣ ਵਾਲਾ ਹੈ ਤੇ ਉਹਦੇ ਬਚਾਅ ਦੇ ਲਈ ਪ੍ਰਿੰਸੀਪਲਸ ਬਣਾ ਲੈਣਾ। ਜਿਵੇਂ ਐਗਜ਼ਾਮਪਲ ਦੇ ਰਿਹਾ ਕਿ ਅੱਜ ਸੰਡੇ ਹੈ, ਮੈਨੂੰ ਪਤਾ ਲੱਗ ਗਿਆ ਕਿ ਟਿਊਜ਼ਡੇ ਨੂੰ ਬਾਰਿਸ਼ ਹੋ ਰਹੀ ਹੈ, ਕਲੀਅਰ। ਤਾਂ ਮੈਂ ਕੀ ਕੀਤਾ, ਮੈਨੂੰ ਪਤਾ ਹੈ ਕਿ ਆਹ ਚੀਜ਼ ਮੇਰੀ ਕਮਜ਼ੋਰ ਹੈ, ਇੱਥੋਂ ਪਾਣੀ ਆ ਸਕਦਾ ਹੈ, ਤਾਂ ਮੈਂ ਉਹਦੇ ਬਚਾਅ ਦੇ ਲਈ ਪਹਿਲਾਂ ਕੋਈ ਪ੍ਰਿੰਸੀਪਲਸ, ਕੋਈ ਸਿਧਾਂਤ ਤਿਆਰ ਕਰ ਲਏ, ਤਾਂ ਉਹਨੂੰ ਮੈਂ ਕੀ ਬੋਲੂੰਗਾ, ਪੈਰਾਸਾਈਕੋਲੋਜੀ। ਡਿਵੈਲਪਮੈਂਟਲ ਸਾਈਕੋਲੋਜੀ, ਬੱਚੇ ਦੀ ਡਿਵੈਲਪਮੈਂਟ ਨੂੰ ਚੈੱਕ ਕਰਨ ਦੇ ਲਈ ਕੁਐਸਚਨ ਵੀ ਆਇਆ ਹੋਇਆ ਹੈ ਕਿ ਬੱਚੇ ਦੀ ਡਿਵੈਲਪਮੈਂਟ ਨੂੰ ਚੈੱਕ ਕਰਨ ਦੇ ਲਈ ਸਭ ਤੋਂ ਬੈਸਟ ਮੈਥਡ ਜਾਂ ਸਾਈਕੋਲੋਜੀ ਕਿਹੜੀ ਹੈ, ਤਾਂ ਡਿਵੈਲਪਮੈਂਟਲ ਸਾਈਕੋਲੋਜੀ ਹੈ। ਬੱਚੇ ਦੀ ਡਿਵੈਲਪਮੈਂਟ ਨੂੰ ਚੈੱਕ ਕਰਨ ਦੇ ਲਈ ਸਭ ਤੋਂ ਜ਼ਿਆਦਾ ਬੈਸਟ ਮੈਥਡ ਜਾਂ ਸਾਈਕੋਲੋਜੀ ਕਿਹੜੀ ਹੈ, ਡਿਵੈਲਪਮੈਂਟਲ ਸਾਈਕੋਲੋਜੀ। ਸੋਸਾਇਟੀ ਦੇ ਵਿੱਚ ਕਿਸ ਤਰ੍ਹਾਂ ਦੇ ਰੂਲਸ ਹੋਣਗੇ, ਕਿਸ ਤਰ੍ਹਾਂ ਦੇ ਨਾਲ ਨੋਰਮਸ ਹੋਣਗੇ, ਕਿਵੇਂ ਰਿਲੇਸ਼ਨਸ਼ਿਪ ਕਾਇਮ ਕਰਨਾ ਹੈ, ਉਹਦੇ ਲਈ ਮੈਂ ਸਿਧਾਂਤ ਬਣਾ ਰਿਹਾ, ਸੋਸ਼ਲ ਸਾਈਕੋਲੋਜੀ, ਕਲੀਅਰ। ਤਾਂ ਇਹ ਸਾਰੇ ਹੈਗੇ ਆ ਸਾਡੇ ਕਿਹਦੇ ਪਾਰਟ ਹੈਗੇ ਆ, ਪਿਓਰ ਸਾਈਕੋਲੋਜੀ। ਨੈਕਸਟ ਅਪਲਾਈਡ। ਹੁਣ ਦੇਖੋ ਅਪਲਾਈਡ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਪਹਿਲਾਂ ਐਜੂਕੇਸ਼ਨਲ ਸਾਈਕੋਲੋਜੀ ਮਤਲਬ ਕੀ ਹੋਏਗਾ, ਵਿਚ ਸਾਈਕੋਲੋਜੀ ਯੂਜ਼ਡ ਇਨ ਦਾ ਫੀਲਡ ਆਫ ਐਜੂਕੇਸ਼ਨ। ਕਲੀਨਿਕਲ ਦੇ ਵਿੱਚ ਕੀ ਹੋਏਗਾ, ਵਿਚ ਸਾਈਕੋਲੋਜੀ ਯੂਜ਼ਡ ਇਨ ਦਾ ਫੀਲਡ ਆਫ ਕਲੀਨਿਕਲ। ਮੈਨੇਜਮੈਂਟਲ ਸਾਈਕੋਲੋਜੀ ਕਿਹੜਾ ਹੋਏਗਾ, ਵਿਚ ਸਾਈਕੋਲੋਜੀ ਯੂਜ਼ਡ ਇਨ ਦਾ ਫੀਲਡ ਆਫ ਮੈਨੇਜਮੈਂਟ। ਹੁਣ ਜੇ ਤੁਹਾਨੂੰ ਕੁਐਸਚਨ ਆ ਰਿਹਾ ਹੈ ਕਿ ਕੋਈ ਇਸ ਤਰ੍ਹਾਂ ਦੀ ਫੀਲਡ ਦਾ ਨਾਮ ਦੱਸੋ, ਕੋਈ ਇਸ ਤਰ੍ਹਾਂ ਦੀ ਫੀਲਡ ਦੱਸੋ ਜਿਹਦੇ ਵਿੱਚ ਮਨੋਵਿਗਿਆਨ ਦਾ ਯੂਜ਼ ਨਹੀਂ ਹੁੰਦਾ, ਤਾਂ ਯਾਦ ਰੱਖਿਓ ਅਜਿਹੀ ਕੋਈ ਫੀਲਡ ਨਹੀਂ ਹੈਗੀ ਜਿਹਦੇ ਵਿੱਚ ਅਸੀਂ ਮਨੋਵਿਗਿਆਨ ਦਾ ਯੂਜ਼ ਨਹੀਂ ਕਰਦੇ। ਮਤਲਬ ਹਰ ਇੱਕ ਫੀਲਡ ਦੇ ਵਿੱਚ ਮਨੋਵਿਗਿਆਨ ਦਾ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ, ਕਿਸੇ ਵੀ ਤਰੀਕੇ ਨਾਲ ਤੁਸੀਂ ਗੱਲ ਕਰ ਲਓ, ਕਲੀਅਰ। ਹੁਣ ਦੇਖੋ ਤੁਸੀਂ ਕਹੋਗੇ ਸਰ ਕਲੀਨਿਕਲ ਚ ਕਿਵੇਂ, ਡਾਕਟਰਸ ਨਹੀਂ ਕਰਦੇ। ਤਾਂ ਤੁਸੀਂ ਕਹਤਾ ਕਿ ਮੇਰਾ ਪੇਟ ਦਰਦ ਹੋ ਰਿਹਾ, ਦਵਾਈ ਦੇਤੀ, ਪੁੱਛਦੇ ਨਾ ਕੀ ਖਾਦਾ ਸੀ, ਕਿੰਨੇ ਟਾਈਮ ਤੇ ਖਾਦਾ ਸੀ, ਕਿਵੇਂ ਦਰਦ ਹੋਇਆ, ਸਵੇਰ ਹੋਇਆ, ਸ਼ਾਮੀ ਹੋਇਆ, ਉਹ ਕੀ ਹੈ, ਮਨੋਵਿਗਿਆਨ ਹੈ। ਬੱਚਿਆਂ ਤੋਂ ਨਹੀਂ ਕਰਦੇ ਅਸੀਂ। ਅਬ ਬੱਚਿਆਂ ਦੇ ਉੱਤੇ ਅਸੀਂ ਬੱਚਿਆਂ ਤੋਂ ਸਾਈਕੋਲੋਜੀ ਯੂਜ਼ ਕਰਦੇ ਹਾਂ। ਪਹਿਲਾਂ ਕੌਣ ਬੋਲੇਗਾ, ਕਲਾਸਰੂਮ ਤੁਸੀਂ ਨੋਟ ਕੀਤਾ ਹੋਏਗਾ ਕਿ ਤੁਸੀਂ ਕੁਐਸਚਨ ਪੁੱਛਿਆ, ਅੱਗੇ ਬੈਠੇ ਬੱਚੇ ਬਹੁਤ ਰੌਲਾ ਪਾ ਰਹੇ, ਸਰ ਮੈਂ ਦੱਸਾਂ, ਠੀਕ ਹੈ, ਤੁਸੀਂ ਵਿਚਾਰ ਲਓ, ਇਹ ਬੱਚਾ ਭਾਲ ਦਿਓ, ਤੂੰ ਦੱਸ, ਉਹਨੂੰ ਨਹੀਂ ਆਉਂਦਾ ਹੁੰਦਾ, ਠੀਕ ਹੈ, ਤੁਹਾਨੂੰ ਕਿਵੇਂ ਪਤਾ ਲੱਗਿਆ, ਥਰੂ ਆਬਜ਼ਰਵੇਸ਼ਨ, ਠੀਕ ਹੈ। ਤਾਂ ਦੈਟ ਮੀਨਸ ਅਜਿਹੀ ਕੋਈ ਫੀਲਡ ਹੈ ਹੀ ਨਹੀਂ ਜਿਹਦੇ ਵਿੱਚ ਅਸੀਂ ਮਨੋਵਿਗਿਆਨ ਦਾ ਯੂਜ਼ ਨਹੀਂ ਕਰਦੇ। ਤਾਂ ਇਹ ਸੀ ਬ੍ਰਾਂਚਿਸ, ਪਿਓਰ ਤੇ ਅਪਲਾਈਡ। ਲਾਸਟ ਆਪਾਂ ਸਕੂਲਸ ਆਫ ਸਾਈਕੋਲੋਜੀ ਅੱਜ ਕਰਨਾ ਸੀ, ਪਰ ਆਪਾਂ ਉਹਨੂੰ ਨੈਕਸਟ ਲੈਕਚਰ ਦੇ ਵਿੱਚ ਆਪਾਂ ਕਰਾਂਗੇ ਪੂਰੇ ਫੁੱਲ ਫਲੈਜ ਵਧੀਆ ਤਰੀਕੇ ਨਾਲ ਕਿ ਸਕੂਲਸ ਆਫ ਸਾਈਕੋਲੋਜੀ ਕੀ ਹੈ। ਦੇਖੋ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਲਾਈਕ ਨਹੀਂ ਕੀਤਾ ਤਾਂ ਪਲੀਜ਼ ਲਾਈਕ ਕਰ ਦਿਓ, ਠੀਕ ਹੈ, ਸਬਸਕ੍ਰਾਈਬ ਕਰ ਲਓ, ਲੈਕਚਰ ਨੂੰ ਲਾਈਕ ਕਰ ਦਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਬੈਲ ਆਈਕਨ ਔਨ ਕਰ ਲਓ, ਤਾਂ ਕਿ ਤੁਹਾਨੂੰ ਜਿਹੜਾ ਹੈਗਾ ਟਾਈਮ ਟੂ ਟਾਈਮ ਸਾਰੇ ਕਨਸੈਪਟ, ਸਾਰੀਆਂ ਚੀਜ਼ਾਂ ਤੁਹਾਨੂੰ ਟਾਈਮ ਟੂ ਟਾਈਮ ਜਿਹੜਾ ਹੈਗਾ ਮਿਲ ਸਕਣ। ਪ੍ਰੋਪਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਰਾਵਾਂਗੇ। ਇਹ ਨਹੀਂ ਸਮਝਣਾ ਕਿ ਜੀ ਇਹਨਾਂ ਲੈਕਚਰ ਫ੍ਰੀ ਪਾ ਰਿਹਾ ਤਾਂ ਇਹਦੇ ਵਿੱਚ ਡਾਟਾ ਨਹੀਂ ਹੋਣਾ, ਕੁਆਂਟੀਟੀ ਨਹੀਂ ਹੋਣੀ, ਇੰਪੋਰਟੈਂਸ ਨਹੀਂ ਹੋਣੀ, ਇਹ ਕੋਈ ਮਤਲਬ ਨਹੀਂ। ਲੈਕਚਰ ਸੁਣੋ, ਪੂਰਾ ਲੈਕਚਰ ਸੁਣੋ, ਫਿਰ ਸਾਨੂੰ ਕਮੈਂਟਸ ਕਰੋ। ਕੋਈ ਵੀ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਕੁਝ ਗਲਤ ਲੱਗ ਰਿਹਾ, ਤੁਸੀਂ ਕਮੈਂਟਸ ਬੇਝਿਜਕ ਬੋਲ ਸਕਦੇ ਹੋ, ਪਰ ਸ਼ੇਅਰ ਕਰਿਆ ਕਰੋ, ਫਰੈਂਡਸ ਨਾਲ ਸ਼ੇਅਰ ਕਰਿਆ ਕਰੋ, ਤਾਂ ਕਿ ਹੋਰ ਬੱਚੇ ਵੀ ਇਹਦਾ ਜਿਹੜਾ ਹੈਗਾ ਬੈਨੀਫਿਟ ਲੈ ਸਕਣ। ਨੈਕਸਟ ਹੁਣ ਇੱਕ ਹੋਰ ਕੁਐਸਚਨ ਪੀਟੈਟ ਦੇ ਵਿੱਚ ਬਣਦਾ ਹੈ ਜਾਂ ਸੀਟੈਟ ਦੇ ਵਿੱਚ ਬਣਦਾ ਹੈ ਕਿ ਮੈਥਡ ਯੂਜ਼ फील्ड ऑफ एजुकेशन या साइकोलॉजी कह लो, चलो देखो मैथड्स ਦੇ ਵਿੱਚ ਇਹ ਕੁਐਸਚਨ ਆਏਗਾ ਕਿ ਮਨੋਵਿਗਿਆਨ ਦੇ ਵਿੱਚ ਜਾਂ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲਾ ਮੈਥਡ ਮਨੋਵਿਗਿਆਨ ਦੇ ਵਿੱਚ ਕਿਹੜਾ ਹੈ, ਤਾਂ ਉਹ ਕਿਹੜਾ ਹੈ, ਆਬਜ਼ਰਵੇਸ਼ਨ। ਸਭ ਤੋਂ ਜ਼ਿਆਦਾ ਮਨੋਵਿਗਿਆਨ ਦੇ ਵਿੱਚ ਜਿਹੜਾ ਮੈਥਡ ਕਿਹੜਾ ਯੂਜ਼ ਕੀਤਾ ਜਾਂਦਾ ਹੈ, ਤਾਂ ਉਹ ਕਿਹੜਾ ਹੈਗਾ, ਆਬਜ਼ਰਵੇਸ਼ਨਲ ਮੈਥਡ ਦੀ ਆਪਾਂ ਸਭ ਤੋਂ ਜ਼ਿਆਦਾ ਯੂਜ਼ ਕਰਦੇ ਹਾਂ ਮਨੋਵਿਗਿਆਨ ਵਿੱਚ। ਦੇਖੋ ਜਿਨ੍ਹਾਂ ਨੇ ਹਜੇ ਤੱਕ, ਜਿਨ੍ਹਾਂ ਨੂੰ ਮੈਥਡਸ ਬਾਰੇ ਨਹੀਂ ਪਤਾ, ਜਿਨ੍ਹਾਂ ਨੂੰ ਲੈਕਚਰ ਮੈਥਡ, ਡਿਸਕਸ਼ਨ ਮੈਥਡ, ਡੈਮੋਸਟ੍ਰੇਸ਼ਨ, ਬ੍ਰੇਨਸਟਾਰਮਿੰਗ ਨਹੀਂ ਪਤਾ, ਤਾਂ ਸਾਡੀ ਐਨਟੀਟੀ ਵਾਲੇ ਗਰੁੱਪ ਦੇ ਵਿੱਚ ਮੈਥਡੋਲੋਜੀ ਨਾਲ ਰਿਲੇਟਡ ਵੀਡੀਓ ਆ ਚੁੱਕੀ ਹੈ, ਉਹਨਾਂ ਉਸ ਵੀਡੀਓ ਨੂੰ ਪ੍ਰੋਪਰਲੀ ਦੇਖ ਲਓ, ਤੁਹਾਨੂੰ ਪ੍ਰੋਪਰ ਮੈਥਡਸ ਬਾਰੇ ਸਮਝ ਆ ਜਾਏਗਾ। ਜੇ ਕੁਐਸਚਨ ਆਇਆ ਕਿ ਮੈਥਡ ਜਿਹੜਾ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਸਾਈਕੋਲੋਜੀ ਦੇ ਵਿੱਚ, ਤਾਂ ਉਹ ਕਿਹੜਾ ਹੈਗਾ, ਤਾਂ ਉਹ ਹੈਗਾ ਆਬਜ਼ਰਵੇਸ਼ਨ। ਕਿਹੜਾ ਹੈਗਾ, ਆਬਜ਼ਰਵੇਸ਼ਨ। ਤਾਂ ਅੱਜ ਦਾ ਆਪਾਂ ਲੈਕਚਰ ਇੱਥੇ ਹੀ ਖਤਮ ਕਰਦੇ ਹਾਂ। ਨੈਕਸਟ ਲੈਕਚਰ ਵਿੱਚ ਅਸੀਂ ਗੱਲ ਕਰਾਂਗੇ ਸਕੂਲਸ ਆਫ ਸਾਈਕੋਲੋਜੀ। ਥੈਂਕ ਯੂ ਸਟੂਡੈਂਟਸ, ਥੈਂਕ ਯੂ ਵੈਰੀ ਮਚ।